ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਸੱਤਾਧਾਰੀ ਧਿਰ ਹੈ ਜਿਹੜੀ ਪੰਜਾਬ ਦੀ, ਉਹਦੇ 'ਚ ਜਿਹੜੀ ਖਾਨਾ ਜੰਗੀ ਚੱਲ ਰਹੀ ਹੈ, ਇਸ ਦੇ ਬਾਵਜੂਦ ਕਿ ਪੰਜਾਬ ਨੂੰ ਇੱਕ ਨਹੀਂ 5 ਨਵੇਂ ਪ੍ਰਧਾਨ ਮਿਲ ਗਏ। ਇੱਕ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ 4 ਵਰਕਿੰਗ ਪ੍ਰਧਾਨ ਮਿਲ ਗਏ। ਇਸ ਦੇ ਬਾਵਜੂਦ ਕਹਾਣੀ ਬਿਲਕੁਲ ਡਿਫਰੈਂਟ ਹੈ। ਕੀ ਚੱਲ ਰਿਹਾ ਹੈ? ਇੱਕ ਪਾਸੇ ਨਵਜੋਤ ਸਿੰਘ ਸਿੱਧੂ ਮਿਲ ਰਹੇ ਨੇ, ਆਪਣੇ ਜਿਹੜੇ ਆਪਣਾ ਦਾਇਰਾ ਵਧਾ ਰਹੇ ਨੇ, ਕਹਿ ਲਈਏ ਕਿ ਮੰਤਰੀਆਂ ਨੂੰ ਮਿਲ ਰਹੇ ਨੇ। ਅੱਜ ਜਿਨ੍ਹਾਂ ਨੂੰ ਮਿਲੇ, ਸੁਨੀਲ ਜਾਖੜ ਨੂੰ ਮਿਲੇ, ਰਜਿੰਦਰ ਤ੍ਰਿਪਤ ਸਿੰਘ ਬਾਜਵਾ ਕੋਲ ਗਏ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ, ਔਰ ਕੁਲਜੀਤ ਨਾਗਰਾ ਦੇ ਘਰ ਕੇ ਜਾ ਕੇ ਕੇਕ ਕੱਟਿਆ, ਰਜਿੰਦਰ ਕੌਰ ਭੱਠਲ ਤੋਂ ਆਸ਼ੀਰਵਾਦ ਲਿਆ। ਮਤਲਬ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਕੁਲਵੀਰ ਜੀਰਾ ਸਵੇਰੇ ਪਹੁੰਚ ਗਏ ਸੀ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ। ਇਹ ਇੱਕ ਗਰੁੱਪ ਹੈ, ਇੱਕ ਖੇਮਾ ਕਹਿ ਲਓ, ਗਰੁੱਪ ਕਹਿ ਲਓ, ਪਰ ਮੈਂ ਇਸ ਕਰਕੇ ਗਰੁੱਪ ਨਹੀਂ ਕਹਿੰਦਾ। ਜਿਹੜਾ ਅੱਜ ਰਾਜਪੁਰੇ ਤੋਂ ਇਹਨਾਂ ਦੀ ਗੱਡੀ 'ਚ ਬੈਠ ਕੇ ਚੰਡੀਗੜ੍ਹ ਪਹੁੰਚਿਆ ਸੀ, ਮਦਨ ਲਾਲ ਜਲਾਲਪੁਰ, ਉਹ ਐਮਐਲਏ ਨਾਲ ਦੀ ਨਾਲ ਸਮੇਤ ਉਹਦਾ ਕੁੜਮ ਕੈਪਟਨ ਸਾਹਿਬ ਦੀ ਕੋਠੀ 'ਚ ਹੁਣ ਬੈਠੇ ਨੇ। ਤੇ ਕੈਪਟਨ ਸਾਹਿਬ ਨੇ ਵੀ ਅੱਜ ਮੀਟਿੰਗ ਰੱਖ ਲਈ ਵਿਧਾਇਕਾਂ ਦੇ, ਮੰਤਰੀਆਂ ਦੀ। ਉੱਥੇ ਸਭ ਤੋਂ ਸੀਨੀਅਰ ਮੰਤਰੀ ਬ੍ਰਹਮਿੰਦਰਾ ਉੱਥੇ ਨੇ, ਔਰ ਸਾਧੂ ਸਿੰਘ ਧਰਮਸੋਤ, KP ਰਾਣਾ ਜਿਹੜੇ ਸਪੀਕਰ ਨੇ ਉਹ ਉੱਥੇ ਨੇ, ਬਲਬੀਰ ਸਿੱਧੂ ਆ ਕੇ ਚਲੇ ਗਏ। ਇਸ ਤਰ੍ਹਾਂ ਹਰਮਿੰਦਰ ਗਿੱਲ, ਦੋਨੇ ਧਿਰਾਂ ਹੁਣ ਧਿਰਾਂ ਬਣ ਗਈਆਂ, ਦੋਨੇ ਧਿਰਾਂ ਜਿਹੜੀਆਂ ਨੇ ਆਪਣੀ ਆਪਣੀ ਜਿਹੜੀ ਹੈ ਸ਼ਕਤੀ ਪ੍ਰਦਰਸ਼ਨ 'ਚ ਲੱਗੀਆਂ ਨੇ। ਇਹ ਕੈਪਟਨ ਸਾਹਿਬ ਨੇ, ਚਲੋ ਨਵਜੋਤ ਸਿੰਘ ਸਿੱਧੂ ਦਾ ਤਾਂ ਮੰਨਿਆ, ਕੈਪਟਨ ਸਾਹਿਬ ਨੇ ਕਿਉਂ ਅਚਾਨਕ ਵਿਧਾਇਕਾਂ ਦੀ ਮੀਟਿੰਗ ਬੁਲਾਈ? ਪਹਿਲਾਂ ਤਾਂ ਮੀਡੀਆ 'ਚ ਇਹ ਵੀ ਗੱਲ ਆਈ ਕਿ ਉਹ ਜਿਹੜਾ ਹੈ 21 ਤਰੀਕ ਨੂੰ ਲੰਚ ਤੇ ਸਭ ਨੂੰ ਇਕੱਠੇ ਕਰ ਰਹੇ ਨੇ। ਹਾਲਾਂਕਿ ਉਸ ਤੋਂ ਬਾਅਦ ਰਣਵੀਰ ਠਕਰਾਲ ਜਿਹੜਾ ਇਹਨਾਂ ਦਾ ਮੀਡੀਆ ਐਡਵਾਈਜ਼ਰ ਹੈ, ਉਹਨੇ ਇਸ ਗੱਲ ਨੂੰ ਕੰਟਰਾਡਿਕਟ ਕਰਤਾ, ਟਵੀਟ ਕਰਤਾ, ਐਸੀ ਕੋਈ ਗੱਲ ਨਹੀਂ। ਲੇਕਿਨ ਗੱਲ ਤਾਂ ਸਿਰਫ ਇਹ ਹੋਣੀ ਚਾਹੀਦੀ ਸੀ ਕਿ ਨਵਜੋਤ ਸਿੰਘ ਸਿੱਧੂ ਜਾਂਦਾ, CM ਤੋਂ ਆਸ਼ੀਰਵਾਦ ਵੀ ਲੈਂਦਾ ਉਮਰ ਦੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਚਾਹੇ ਨਾ ਲੈਂਦਾ, ਉਮਰ ਦੇ ਹਿਸਾਬ ਨਾਲ ਕੈਪਟਨ ਸਾਹਿਬ ਵੱਡੇ ਨੇ, ਬਜ਼ੁਰਗ ਨੇ, ਆਸ਼ੀਰਵਾਦ ਲੈਂਦਾ। ਲੇਕਿਨ ਕੈਪਟਨ ਸਾਹਿਬ ਨੇ ਤਾਂ ਇੱਕ ਟਵੀਟ ਕਰਕੇ ਸੱਚੇ ਝੂਠੇ ਉਹਨਾਂ ਨੂੰ ਮੁਬਾਰਕਬਾਦ ਵੀ ਨਹੀਂ ਦਿੱਤੀ। ਇਹ ਸਾਰਾ ਜਿਹੜਾ ਮਾਹੌਲ ਹੈ, ਇਹ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ? ਪੰਜਾਬ ਦੀ ਸਿਆਸਤ ਦੀ ਦਿਸ਼ਾ ਕਿੱਧਰ ਨੂੰ ਹੋਏਗੀ ਜੇ ਇਹੀ ਕੁਝ ਚੱਲਦਾ ਰਿਹਾ? ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ, ਵਿਰੋਧੀ ਪਾਰਟੀਆਂ ਨੇ, ਬਹੁਤ ਬਾਰੀਕੀ ਨਾਲ ਦੇਖ ਰਹੀਆਂ ਨੇ, ਕਿਉਂਕਿ ਜੇ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦਾ ਕਾਟੋ ਕਲੇਸ਼ ਲਗਾਤਾਰ ਚੱਲਿਆ ਤਾਂ ਸੁਪਨਾ ਜਿਹੜਾ ਉਹਨਾਂ ਦਾ ਅਗਲੀ ਵਾਰ ਜਿੱਤਣ ਦਾ ਨਾ 22 ਦੀ ਇਲੈਕਸ਼ਨ, ਉਹ ਬੜੀ ਮੁਸ਼ਕਲ ਹੋ ਸਕਦੀ ਆ ਉਹਨਾਂ ਨੂੰ। ਵੈਸੇ ਵੀ ਜੋ ਕੁਝ ਹੁਣ ਤੱਕ ਹੋਇਆ, ਜਿਹੜੇ ਵੱਡੇ ਵੱਡੇ ਵਾਅਦਿਆਂ ਤੇ ਸਵਾਲ ਖੜੇ ਹੋਏ ਨੇ, ਉਹ ਸਵਾਲ ਹਾਲੇ ਬਰਕਰਾਰ ਨੇ। ਨਵਜੋਤ ਸਿੰਘ ਸਿੱਧੂ ਤੇ ਤਾਂ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਕਿ ਹੁਣ ਕੀ, ਜਿਹੜੇ ਤੁਸੀਂ ਐਡੇ ਵੱਡੇ ਵੱਡੇ ਟਵੀਟ ਕੀਤੇ ਸੀ, ਕੀ ਉਹ ਪ੍ਰਧਾਨਗੀ ਲਈ ਸੀ? ਇਸ ਕਰਕੇ ਇਹਨਾਂ ਨੂੰ ਵੀ ਕੁਝ ਕਰਕੇ ਦਿਖਾਉਣਾ ਪਏਗਾ। ਤੇ ਕਿਵੇਂ ਦਿਖਾਉਣਗੇ ਕਰਕੇ? ਜੇ CM ਨਾਲ ਇਹਨਾਂ ਦਾ ਰੈਪਰ ਠੀਕ ਹੋਏਗਾ? ਬਹੁਤ ਵੱਡੇ ਸਵਾਲ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ। ਉਹ ਤੇ ਅੱਜ ਆਪਾਂ ਚਰਚਾ ਕਰਨੀ ਹੈ। ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਇਸ ਵੇਲੇ ਮਹਿਮਾਨ ਜੁੜੇ ਨੇ, ਉਹਨਾਂ ਚੋਂ ਐਡਵੋਕੇਟ ਗੁਰਪ੍ਰੀਤ ਸਿੰਘ ਬੁੱਗੀਪੁਰਾ ਸਾਹਿਬ ਆਮ ਆਦਮੀ ਪਾਰਟੀ ਤੋਂ ਨੇ, ਤੇ ਨਾਲ ਸਾਡੇ ਸਾਬਕਾ IAS ਅਧਿਕਾਰੀ SS ਚੰਨੀ ਸਾਹਿਬ ਸਾਡੇ ਨਾਲ ਨੇ, ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ, ਔਰ ਸ਼੍ਰੋਮਣੀ ਅਕਾਲੀ ਦਲ ਤੋਂ ਕਮਲਜੀਤ ਸਿੰਘ ਕਾਕੀ ਸਾਡੇ ਨਾਲ ਨੇ, ਔਰ ਸਰਜੀਤ ਸਿੰਘ ਸਵੈਜ ਸਾਹਿਬ, ਐਡਵੋਕੇਟ ਸਵੈਜ ਸਾਹਿਬ ਕਾਂਗਰਸ ਵੱਲੋਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਇਸ ਤੋਂ ਪਹਿਲਾਂ ਕਿ ਸਵੈਜ ਸਾਹਿਬ, ਮੈਂ ਆਪੋਜੀਸ਼ਨ ਪਾਰਟੀਆਂ ਕੋਲ ਜਾਵਾਂ, ਜਰਾ ਤੁਸੀਂ ਦੱਸ ਦਿਓ ਇਸ ਨੂੰ ਕਿਵੇਂ ਦੇਖਦੇ ਹੋ? ਇਹ ਹਾਲੇ ਵੀ ਖਾਨਾ ਜੰਗੀ ਉਹ ਵੀ ਚੱਲਦੀ ਹੈ, ਉੱਤੋਂ ਤੋਂ ਸਾਰੇ ਕਹਿੰਦੇ ਨੇ ਕਿ ਅਸੀਂ ਹਾਈ ਕਮਾਂਡ ਦਾ ਹੁਕਮ ਮੰਨ ਰਹੇ ਹਾਂ, ਤੇ ਸ਼ਕਤੀ ਪ੍ਰਦਰਸ਼ਨ ਸਾਰੇ ਲੱਗੇ ਹੋਏ ਨੇ ਕਰਨ। ਕੱਲ੍ਹ ਵਾਲਾ ਵੀ ਤੁਸੀਂ ਦੇਖਿਆ, ਪ੍ਰਤਾਪ ਸਿੰਘ ਬਾਜਵਾ ਦੀ ਯੂ ਟਰਨ ਸਾਰੇ ਦੇਸ਼ ਨੇ ਦੇਖੀ, ਔਰ ਜਿਹੜਾ ਚਿੱਠੀਆਂ ਲਿਖਦੇ ਸੀ, ਯੂ ਟਰਨ ਲੈ ਕੇ ਸਾਰੇ ਸੰਸਦ ਮੀਟਿੰਗ ਕੀਤੀ, ਔਰ ਉਸ ਤੋਂ ਬਾਅਦ 10 ਬੰਦੇ
ਸੁਖਪਾਲ ਖਹਿਰਾ ਜਿਹੜਾ ਨਵਾਂ ਗਿਆ ਉਹਦਾ ਵੀ ਦੇਖ ਲਿਆ। ਔਰ ਇਹ ਜਿਹੜਾ ਕੁਝ ਚੱਲ ਰਿਹਾ ਹੈ ਉਹ ਵੱਖਰੀ ਗੱਲ ਹੈ ਕਿ ਸੁਨੀਲ ਜਾਖੜ ਨੇ ਵੀ ਅੱਜ ਮੀਟਿੰਗ ਰੱਖੀ ਸੀ, ਉਹ ਮੁਲਤਵੀ ਕਰਨੀ ਪਈ ਕਿ ਹੁਣ ਲੋੜ ਨਹੀਂ ਮਹਿਸੂਸ ਹੋਈ। ਇਹ ਸਾਰੀਆਂ ਗੱਲਾਂ 'ਚ ਸਵੈ ਸਾਹਿਬ ਕਿਵੇਂ, ਤੁਹਾਡੀ ਟਿੱਪਣੀ ਕੀ ਹੈ? ਦੇਖੋ, ਖਾਨਾ ਜੰਗੀ ਵਾਲੀ ਕੋਈ ਗੱਲ ਨਹੀਂ ਹੈਗੀ। ਕਾਂਗਰਸ ਪਾਰਟੀ ਦਾ ਪ੍ਰਧਾਨ ਜਿਹੜਾ ਪੰਜਾਬ ਦੇ ਸਿੱਧੂ ਸਾਹਿਬ ਨਵੇਂ ਬਣੇ ਨੇ, ਤੇ ਉਹਨਾਂ ਨਾਲ ਜਿਹੜੇ 4 ਹੈਗੇ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ, ਤੇ ਉਹ ਹੁਣ ਜਿਹੜੇ ਜਦੋਂ ਵੀ ਕੋਈ ਚੇਂਜ ਹੋਈ ਹੈ ਲੀਡਰਸ਼ਿਪ ਦੇ ਵਿੱਚ, ਉਹ ਫਿਰ ਥੋੜਾ ਜਿਹਾ ਟਾਈਮ ਲੱਗਦਾ ਹੈਗਾ ਉਹਨੂੰ ਸੈਟਲ ਹੋਣ ਨੂੰ, ਜਿਹੜੀਆਂ ਥਿੰਗਸ ਉਹਨੇ ਸੌਰਟ ਆਊਟ ਹੋਣ ਨੂੰ, ਆਇਰਨਿੰਗ ਆਊਟ ਜਿਹਨੂੰ ਕਹਿੰਦੇ ਆਪਾਂ, ਥੋੜਾ ਜਿਹਾ ਟਾਈਮ ਲੱਗਦਾ ਹੈ ਉਹਨੂੰ। ਤੋ ਇਹ ਤੁਸੀਂ ਜਿਹੜਾ ਹੈਗਾ 5-4 ਦਿਨ ਤੇ 5-7 ਦਿਨ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਤੁਸੀਂ ਕਰ ਰਹੇ ਹੋ, ਇਹ ਸਾਰੀਆਂ ਗੱਲਾਂ ਠੀਕ ਜਿਹੜੇ ਸੈਟ ਮਤਲਬ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਸ਼ੁਰੂ ਜਿਹੜਾ ਕਰ ਦੇਣਗੇ। ਤੇ ਜਿਹੜਾ ਮਿਲਣਾ ਗਿਲਣਾ ਹੁੰਦਾ, ਦੇਖੋ ਨਵੇਂ ਪ੍ਰਧਾਨ ਨੇ ਮਿਲਣਾ ਹੀ ਹੈਗਾ, ਸਾਰੇ ਲੀਡਰਾਂ ਨੂੰ ਮਿਲਣਾ, ਐਮਐਲਏ ਨੂੰ ਮਿਲਣਾ, ਜ਼ਿਲ੍ਹਾ ਦੇ ਪਹਿਲਾਂ ਸੀਗੇ, ਹੁਣ ਤਾਂ ਨਵੀਂ ਬੋਡੀ ਬਣੇਗੀ ਕਿਉਂਕਿ ਪਹਿਲਾਂ ਬੋਡੀ ਡਿਜ਼ੋਲਵ ਹੋਈ ਹੈ, ਕੱਲ ਸੀਗੇ ਸਾਡੇ। ਤੋ ਇਸ ਤਰ੍ਹਾਂ ਕਰਕੇ ਤੁਸੀਂ ਆਪਾਂ ਜ਼ਿਆਦਾ ਨਾ ਕਰੀਏ ਕਿ ਅੱਜ ਫਲਾਣਾ ਲੀਡਰ ਫਲਾਣੇ ਕੋਲ ਹੈ, ਧਿਮਕਾ ਉਹਦੇ ਕੋਲ ਹੈ। ਜਿਵੇਂ ਤੁਸੀਂ ਇੱਕ ਐਮਐਲਏ ਦੀ ਗੱਲ ਕਰ ਰਹੇ ਸੀ ਰਾਜਪੁਰੇ ਤੋਂ, ਕਿ ਉਹ ਇੱਥੇ ਸੀ ਪਹਿਲਾਂ, ਹੁਣ ਇੱਥੇ, ਹੁਣ ਉੱਥੇ ਨਹੀਂ, ਹੁਣ ਸਾਰੇ ਇੱਕੋ ਹੀ ਨੇ। ਜੇ ਇੱਕ ਮੀਟਿੰਗ ਦੇ ਵਿੱਚ ਕੁਝ ਬੰਦੇ ਹਾਜ਼ਰ ਨੇ, ਦੂਜੇ ਬੰਦੇ ਹਾਜ਼ਰ ਨੇ, ਸਾਰੇ ਕਾਂਗਰਸੀ ਨੇ। ਸਾਰੀਆਂ ਜਿਹੜੀ ਹੈਗੀਆਂ ਰਲ ਮਿਲ ਕੇ ਹੁਣ ਨਵੀਂ ਟੀਮ ਜਿਹੜੀ ਹੈਗੀ ਹੈ ਉਹਨੂੰ ਸਟ੍ਰੀਮ ਲਾਈਨ ਜਿਹੜਾ ਕਰਕੇ ਕੰਮ ਸ਼ੁਰੂ ਹੋ ਜਾਏਗਾ। ਤੇ ਆਪਾਂ ਦੇਖਾਂਗੇ ਥੋੜੇ ਦਿਨ ਦੇ ਵਿੱਚ ਕਿ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੀ ਸਰਕਾਰ ਪੰਜਾਬ ਦੀ ਹੈਗੀ ਹੈ, ਉਹ ਇੱਕ ਸੁਰ ਹੋ ਕੇ ਜਿਹੜਾ ਕੰਮ ਕਰ ਰਹੇ। ਸਵੈ ਸਾਹਿਬ, ਤੁਹਾਡੀ ਖੁਸ਼ਫਹਿਮੀ ਬਹੁਤ ਵਧੀਆ, ਤੁਹਾਨੂੰ ਮੁਬਾਰਕ। ਇਹ ਸਾਰੇ ਪੰਜਾਬ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਔਰ ਨਵਜੋਤ ਸਿੰਘ ਸਿੱਧੂ ਦੋਨਾਂ 'ਚ ਕਿਸ ਤਰ੍ਹਾਂ ਦੇ ਸੰਬੰਧ ਨੇ। ਇਹੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ। ਇਹ ਸੰਬੰਧ ਹੁਣ ਇਕੱਲੇ ਪੰਜਾਬ ਨਾਲ ਤਾਲੁਕ ਨਹੀਂ ਇਹਨਾਂ ਦਾ, ਤੁਹਾਡੀ ਕਾਂਗਰਸ ਪਾਰਟੀ ਨਾਲ, ਇਹਦਾ ਸਿੱਧਾ ਪੰਜਾਬ ਤੇ ਪੰਜਾਬ ਦੀ ਸਿਆਸਤ ਤੇ ਅਸਰ ਹੈ। ਔਰ ਇਸੇ ਕਰਕੇ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਪੰਜਾਬ ਦੇ ਮਸਲੇ ਤਾਂ ਹੁਣ ਬਿਲਕੁਲ ਹੀ ਇਗਨੋਰ ਹੋਏ ਪਏ ਨੇ। ਐਨੀਵੇ, ਤੁਸੀਂ ਆਪਣੀ ਗੱਲ ਕਹੀ, ਆਪਾਂ ਬਾਕੀ ਤੁਹਾਡੇ ਵਿਰੋਧੀ ਪਾਰਟੀਆਂ ਕੀ ਸੋਚਦੀਆਂ ਨੇ ਉਹਨਾਂ ਬਾਰੇ ਗੱਲ ਕਰਦੇ ਹਾਂ। ਬੁੱਗੀਪੁਰਾ ਸਾਹਿਬ, ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ, ਕੀ ਹੈ? ਸਾਰਿਆਂ ਨਾਲੋਂ ਪਹਿਲਾਂ ਤਾਂ ਸਾਰਿਆਂ ਨੂੰ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਗੱਲ ਇਹ ਆ ਵੀ ਜਿਹੜੀ ਗੱਲ ਇਹ ਕਹਿ ਰਹੇ ਨੇ ਸਵੈਚ ਸਾਹਿਬ ਵੀ ਅਸੀਂ ਸਟ੍ਰੀਮਲਾਈਨ ਕਰਨਾ, ਸਟ੍ਰੀਮਲਾਈਨ ਕਰਦੇ ਕਰਦੇ ਤਾਂ ਇਹਨਾਂ ਨੇ 4.5 ਸਾਲ ਲੰਘਾਤੇ। ਹੁਣ ਸਟ੍ਰੀਮਲਾਈਨ ਇਹ ਹੋ ਗਿਆ ਵੀ ਅੱਜ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਆਪਦੇ ਸਿਸਮਾ ਫਾਰਮ ਚੋਂ ਨਿਕਲ ਕੇ ਆਪਦੇ ਆਫੀਸ਼ੀਅਲ ਰੈਜ਼ੀਡੈਂਸ ਦੇ ਵਿੱਚ ਜਾਣਾ ਪੈ ਰਿਹਾ ਹੈ। ਉਧਰ ਆਪਣਾ ਜਾਖੜ ਸਾਹਿਬ ਰੁਖਸਤ ਹੋ ਗਏ ਤੇ ਇਧਰੋਂ 4 ਨਵੇਂ ਕਾਰਜਕਾਰੀ ਪ੍ਰਧਾਨ ਆ ਗਏ। ਜੇ 4 ਆ ਗਏ ਤਾਂ 6 ਕਿਉਂ ਨਹੀਂ, 8 ਕਿਉਂ ਨਹੀਂ? ਹਮੇਸ਼ਾ ਹੀ ਕਾਂਗਰਸ ਨੇ ਤਾਂ ਡਿਵਾਈਡ ਆਪਣੇ ਕਾਸਟ ਤੇ ਰਿਲੀਜਨ ਤੇ ਡਿਫਰੈਂਟ ਦੇ ਹਿਸਾਬ ਨਾਲ ਇਹਦੇ 'ਚ 4 ਚੀਜ਼ਾਂ ਲੈ ਲਈਆਂ। ਪਵਨ ਗੋਇਲ ਜੀ ਲੈ ਲਏ। ਐਂਡ ਇੱਕ ਗੱਲ ਬਿਲਕੁਲ ਸਾਫ਼ ਹੈ ਆਪਣਾ ਵਾਲੀਆ ਸਾਹਿਬ ਕਿ ਇਹਦੇ ਵਿੱਚ ਐਜ਼ ਫਾਰ ਐਜ਼ ਆਰਗੇਨਾਈਜੇਸ਼ਨ ਮੈਟਰ ਇਜ਼ ਕੰਸਰਨਡ, ਇਹਦੇ ਵਿੱਚ ਅਮਰਿੰਦਰ ਸਿੰਘ ਡੋਨਟ ਹੈਵ ਐਨੀ ਸੇ। ਸਾਰਾ ਕੁਝ ਰਾਹੁਲ ਗਾਂਧੀ ਨੇ ਐਗਜ਼ੈਕਟਲੀ ਆਪੋਜ਼ਿਟ ਕਰਾਤਾ, ਜਿਹੜਾ ਕਿ 2016 ਦੇ ਵਿੱਚ ਉਹਨਾਂ ਨੂੰ ਕਰਨਾ ਪਿਆ ਸੀਗਾ ਅੰਡਰ ਪ੍ਰੈਸ਼ਰ। ਪ੍ਰਤਾਪ ਸਿੰਘ ਬਾਜਵਾ ਨੂੰ ਹਟਾ ਕੇ ਜਿਹੜੀ ਕਮਾਂਡ ਦੇਣੀ ਪਈ ਸੀਗੀ ਇਹਨਾਂ ਨੂੰ, ਆਪਣਾ ਕੈਪਟਨ ਸਾਹਿਬ ਨੂੰ। ਉਦੋਂ ਇਹਨਾਂ ਦੇ ਨਾਲ ਸਾਰੇ ਐਮਐਲਏ ਸੀਗੇ। ਇਹਨਾਂ ਨੇ ਕੋਈ ਕੰਮ ਕੀਤਾ ਨਹੀਂ ਗਾ, ਵਾਅਦੇ ਬਹੁਤ ਪੂਰੇ ਕਰ ਦਿੱਤੇ। ਜਿਹੜੇ ਕਾਂਗਰਸ ਦੇ ਜਿਹੜੇ ਸਾਰੇ ਐਮਐਲਏ ਆ ਰੱਜੇ ਬੈਠੇ ਆ ਆਪਣਾ ਆਪਦੇ ਹਲਕਿਆਂ ਦੇ ਵਿੱਚ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਮੈਜੋਰਟੀ ਤਾਂ ਰੱਜੇ ਬੈਠੇ ਆ, ਆਪਦੇ ਕੰਮਕਾਰ ਸਿਰੇ ਲੱਗੇ ਹੋਏ ਆ। ਹੁਣ ਉਹਨਾਂ ਨੂੰ ਐ ਵੀ ਸ਼ਾਇਦ ਕਦੇ ਸਾਨੂੰ ਦੁਬਾਰਾ ਮੌਕਾ ਮਿਲ ਜੇ। ਲੋਕੀ ਮਨ ਬਣਾਈ ਬੈਠੇ ਆ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੇ ਆਰ ਸੇਇੰਗ ਕਿ ਇਨਫ ਇਜ਼ ਇਨਫ, ਬਹੁਤ ਹੋ ਚੁੱਕਿਆ ਇਹਨਾਂ ਦਾ ਤੇ ਅਸੀਂ ਤੀਜੀ ਧਿਰ ਦੇਖਣੀ ਹੈ। ਉਧਰ ਸੁਖਬੀਰ ਬਾਦਲ ਹੋਰੀ ਵੀ 2 ਬਾਈਫਰਕੇਸ਼ਨ ਕਰ ਚੁੱਕੇ ਆ ਵੀ ਇੱਕ ਜਿਹੜਾ ਮੇਰਾ ਹੋਊਗਾ ਉਪ ਮੁੱਖ ਮੰਤਰੀ ਹਿੰਦੂ ਹੋਊਗਾ, ਇੱਕ ਦਲਿਤ ਚਿਹਰਾ ਹੋਊਗਾ। ਇਹ ਸਾਰੀਆਂ ਚੀਜ਼ਾਂ ਜੇ ਅੱਜ ਕਰ ਰਹੇ ਆ ਤੇ ਪਹਿਲਾਂ ਕਿਉਂ ਨਹੀਂ ਕੀਤੀਆਂ? ਐਂਡ ਲੋਕਾਂ ਦਾ ਕੰਸਰਨ ਹੈ ਪੰਜਾਬ ਦੀ ਡਿਵੈਲਪਮੈਂਟ ਬਾਰੇ ਤਾਂ ਕੋਈ ਦੇਖ ਹੀ ਨਹੀਂ ਰਿਹਾ। ਨਾ ਹੀ ਇਹ 6 ਮਹੀਨਿਆਂ 'ਚ ਇਹਨਾਂ ਨੇ ਕੋਈ, ਉਹ ਮਾਨ ਸਾਹਿਬ ਦਾ ਇੱਕ ਗਾਣਾ ਹੈ, ਇਸ ਤਨ ਨੇ ਮੁੱਕ ਜਾਣਾ ਭਾਵੇਂ ਰੋਜ਼ ਮਾਲਸ਼ਾਂ ਕਰੀਏ। ਇਹ ਜਿੰਨਾ ਮਰਜ਼ੀ ਹੁਣ ਆਪਦਾ ਕੋਸ਼ਿਸ਼ ਕਰ ਲੈਣ, ਲੱਡੂ ਵੰਡ ਲੈਣ, ਕਹਿਣ ਵੀ ਮੁੰਡਾ ਜੰਮ ਪਿਆ, ਸਾਡੀ ਤਾਂ ਖੁਸ਼ੀਆਂ ਮਨਾਈ ਜਾਂਦੇ ਆ। ਪਰ ਅਲਟੀਮੇਟਲੀ ਇਹਨਾਂ ਨੂੰ ਵੀ ਪਤਾ ਸਾਰਿਆਂ ਐਮਐਲਏ ਨੂੰ
ਵੀ ਪਤਾ ਨਹੀਂ ਕਿੰਨਿਆਂ ਨੂੰ ਟਿਕਟ ਮਿਲਣੀ ਆ ਵਾਪਸ, ਬਿਕੋਜ਼ ਬੇਸਿਕਲੀ ਸਿੱਧੂ ਸਾਹਿਬ ਦਾ ਤਾਂ ਦੋ ਬੰਦੇ ਸੀਗੇ, ਇੱਕ ਸਿੱਧੂ ਸਾਹਿਬ ਆਪ ਸੀ, ਇੱਕ ਸਰਦਾਰ ਪ੍ਰਗਟ ਸਿੰਘ ਸੀਗੇ, ਉਹਦੇ ਨਾਲ ਬਾਕੀ ਟੀਮ ਜੁੜੀ ਆ, ਉਹ ਨੌਨ ਪਰਫਾਰਮੈਂਸ ਆਫ ਉਹਦੇ ਕਰਕੇ ਜੁੜੀ ਹੈ, ਨਾਟ ਬਿਕਾਜ਼ ਆਫ ਲੀਡਰਸ਼ਿਪ ਕੁਆਲਿਟੀਜ਼ ਆਫ ਨਵਜੋਤ ਸਿੰਘ ਸਿੱਧੂ ਜੁੜੀ ਹੈ। ਕਹਿਣਾ ਕਮੈਂਟਰੀ ਕਰਨੀ ਹੋਰ ਹੈ ਵਾਲੀਆ ਸਾਹਿਬ, ਲਾਫਟਰ ਚੈਨਲ ਚਲਾਉਣਾ ਉਹਦੀ ਜਿਹੜੀ ਹੈਗੀ ਆ ਉਹਦੇ ਜਿਹੜੇ ਉਹਦੀ ਪਪੂਲੈਰਿਟੀ ਇੱਕ ਹੋਰ ਚੀਜ਼ ਹੈ, ਡਿਲੀਵਰ ਕਰਨਾ ਸਰਕਾਰ ਦਾ ਇੱਕ ਹੋਰ ਚੀਜ਼ ਹੈ। ਇਟ ਇਜ਼ ਟੂ ਬੀ ਸੀਨ। ਬੁਕੀਪੁਰਾ ਸਾਹਿਬ, ਤੁਸੀਂ ਇਹ ਗੱਲ ਬਿਲਕੁਲ ਠੀਕ ਕਹਿ ਰਹੇ ਹੋ ਕਿ ਡਿਲੀਵਰ ਕਰਨਾ ਬਹੁਤ ਔਖਾ ਹੁੰਦਾ ਹੈ। ਇਹ ਤਾਂ ਪਤਾ ਲੱਗੇਗਾ ਕਿ ਆਉਂਦੇ ਸਮੇਂ ਦੇ ਵਿੱਚ ਜੋ ਟਵੀਟ ਕਰਕੇ ਇਹ ਸਾਰਾ ਬਖੇੜਾ ਹੋਇਆ ਉਹਦੇ ਵਿੱਚ ਕਿੰਨਾ ਕੁ ਕਾਮਯਾਬ ਹੁੰਦੇ ਨੇ ਨਵਜੋਤ ਸਿੱਧੂ। ਨਹੀਂ ਤਾਂ ਲੋਕ ਹੁਣ ਪੁਰਾਣੇ ਨਹੀਂ ਰਹੇ, ਲੋਕ ਉਹਨਾਂ ਨੂੰ ਵੀ ਸਵਾਲ ਕਰਨਗੇ। ਆਪਾਂ ਇਹ ਚਰਚਾ ਜਾਰੀ ਰੱਖਦੇ ਹਾਂ, ਬਸ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਦੇਖੋ, ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਆ ਗਏ, 4 ਵਰਕਿੰਗ ਪ੍ਰਧਾਨ ਆ ਗਏ। ਹਾਲ ਦੀ ਘੜੀ ਵੱਡੀ ਪ੍ਰੋਬਲਮ ਤਾਂ ਇਹ ਹੈ ਕਿ ਸੀਐਮ ਤੇ ਪ੍ਰਧਾਨ ਜੇ ਨਹੀਂ ਇਕੱਠੇ ਚੱਲਦੇ ਤਾਂ ਕੁਝ ਵੀ ਨਹੀਂ ਹੋਣਾ, ਪੰਜਾਬ ਨੂੰ ਨੁਕਸਾਨ ਹੋਣਾ ਹੈ। ਇਹ ਗੱਲ ਸਪਸ਼ਟ ਹੈ। ਜਿਹੜੀ ਵੀ ਸੱਤਾਧਾਰੀ ਧਿਰ ਹੁੰਦੀ ਹੈ ਉਹਨੇ ਸੂਬੇ ਦਾ ਕੁਝ ਕਰਨਾ ਹੁੰਦਾ ਹੈ, ਤੇ ਜੇ ਸੱਤਾਧਾਰੀ ਧਿਰ ਦੇ ਸੱਤਾ ਤੇ ਵਿਰਾਜਮਾਨ ਲੋਕ ਆਪਣੀ ਆਪਣੀ ਕੁਰਸੀ ਨੂੰ ਜੱਫੀ ਪਾ ਕੇ ਬੈਠਣਗੇ ਤੇ ਕੰਮ ਕਦੋਂ ਹੋਣਗੇ, ਇਹ ਸਵਾਲ ਲੋਕਾਂ ਦੇ ਮਨਾਂ 'ਚ ਨੇ। ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਕਈ ਕਿਸਮ ਦੇ ਤੰਜ ਕਸੇ ਨੇ ਇਸ ਡਿਵੈਲਪਮੈਂਟ ਤੇ। ਕਾਕੀ ਜੀ, ਤੁਸੀਂ ਕੀ ਕਹੋਗੇ? ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿੱਧੂ ਸਾਹਿਬ ਉਹੀ ਨੇ ਜਿਨ੍ਹਾਂ ਨੇ ਰਾਹੁਲ ਗਾਂਧੀ ਦਾ ਨਾਮ ਪੱਪੂ ਰੱਖਿਆ ਸੀ, ਤੇ ਸਿੱਧੂ ਸਾਹਿਬ ਉਹੀ ਨੇ ਜਿਨ੍ਹਾਂ ਨੇ ਸੋਨੀਆ ਗਾਂਧੀ ਦਾ ਨਾਮ ਮੁੰਨੀ ਬਦਨਾਮ ਹੋਈ ਲਿਖ ਰੱਖਿਆ ਸੀਗਾ। ਚਲੋ, ਇਹ ਤਾਂ ਇਹਨਾਂ ਦੀ ਆਪਣੀ ਪਾਰਟੀ ਦਾ ਮੁੱਦਾ ਕਿ ਕੀ ਨਾਂ ਰੱਖਦੇ ਆ ਕੀ ਨਹੀਂ ਰੱਖਦੇ, ਕਿਉਂਕਿ ਇਹ ਤਾਂ ਉਹੀ ਸਮਝ ਸਕਦੇ ਨਾ ਵੀ ਕਿੰਨਾ ਕੁ ਸੀਰੀਅਸ ਬੰਦਾ ਆ। ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ ਆ ਕਿ ਸਿੱਧੂ ਸਾਹਿਬ ਇੱਕ ਟਵੀਟ ਕਰਨ ਵਾਲੇ ਲੀਡਰ ਨੇ। 4 ਸਾਲ ਇਹ ਟਵੀਟ ਕੀਤਾ, ਟਵੀਟ ਕਰਕੇ ਹੋਰ ਕੁਛ ਨਹੀਂ ਦੱਸਿਆ। ਇਹਨਾਂ ਨੂੰ ਮੌਕਾ ਮਿਲਿਆ ਸੀ ਕੈਬਨਿਟ ਰੈਂਕ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰਨ ਦਾ, ਲੋਕਾਂ ਦੇ ਕੰਮ ਤਾਂ ਕੀਤੇ ਨਹੀਂ, ਆਪਣੀ ਕੋਠੀ ਦੇ ਵਿੱਚ ਬਹਿ ਕੇ ਟਵੀਟ ਕਰਦੇ ਰਹੇ। ਔਰ ਆਪਣੀ ਸਰਕਾਰ ਦੇ ਖਿਲਾਫ ਪੂਰੇ 4 ਸਾਲ ਇਹਨਾਂ ਨੇ ਟਵੀਟ ਕਰਕੇ ਸਰਕਾਰ ਦੇ ਖਿਲਾਫ ਹੀ ਬੋਲਿਆ। ਮੈਂ ਬਹੁਤਾ ਜੇ ਲੰਮਾ ਨਾ ਜਾਵਾਂ ਤੇ 3 ਮਹੀਨੇ ਤੋਂ ਗੱਲ ਕਰਾਂ ਤੇ ਸਿੱਧੂ ਸਾਹਿਬ ਨੇ ਕੈਪਟਨ ਸਾਹਿਬ ਤੇ ਕੈਪਟਨ ਦੀ ਸਰਕਾਰ ਦੇ ਖਿਲਾਫ ਜੋ ਟਵੀਟ ਕੀਤਾ ਉਹ ਸਾਰਾ ਕੁਝ ਤੁਹਾਡੇ ਸਾਹਮਣੇ। ਹੁਣ ਹੀ ਤੁਸੀਂ ਲਾ ਲਓ 21 ਜੂਨ, 2 ਜੁਲਾਈ, 6 ਜੁਲਾਈ ਜਿਹੜੇ ਸਿੱਧੂ ਸਾਹਿਬ ਟਵੀਟ ਕੀਤੇ ਨੇ ਉਹ ਤੁਸੀਂ ਆਪ ਹੀ ਪੜ੍ਹ ਸਕਦੇ ਹੋ ਕਿ ਇਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਹੀ ਲੈਂਡ ਮਾਫੀਆ, ਜਿਹੜਾ ਡਰੱਗ ਮਾਫੀਆ ਤੇ ਇਹ ਜਿਹੜੀ ਬਿਜਲੀ ਮਾਫੀਆ ਦੇ ਖਿਲਾਫ ਜਿਹੜਾ ਇਹਨਾਂ ਨੇ ਆਪਣੇ ਟਵੀਟ ਕੀਤੇ ਨੇ ਉਹ ਆਪਣੀ ਸਰਕਾਰ ਦੇ ਖਿਲਾਫ ਹੀ ਬੋਲੇ ਨੇ। ਔਰ ਹਰ ਆਏ ਸਮੇਂ ਇਹ ਆਪਣੀ ਸਰਕਾਰ ਦੇ ਖਿਲਾਫ ਬੋਲਦੇ ਰਹੇ ਆ। ਮੈਂ ਸਿੱਧੂ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਆ, ਸਵੈ ਸਾਹਿਬ ਬੈਠੇ ਨੇ, ਕਿ ਇਹ ਹੁਣ ਵੀ ਉਸੇ ਪੈਨ ਤੇ ਕਾਇਮ ਰਹਿਣਗੇ ਕਿ ਆਪਣੀ ਸਰਕਾਰ ਨੂੰ ਹੀ ਡਰੱਗ ਮਾਫੀਆ ਦੀ ਸਰਕਾਰ ਕਹਿੰਦੇ ਰਹੇ, ਆਪਣੀ ਸਰਕਾਰ ਨੂੰ ਹੀ ਲੈਂਡ ਮਾਫੀਆ ਦੀ ਸਰਕਾਰ ਕਹਿੰਦੇ ਰਹੇ, ਆਪਣੀ ਸਰਕਾਰ ਨੂੰ ਹੀ ਬਿਜਲੀ ਦਾ ਘੁਟਾਲਾ ਦੀ ਸਰਕਾਰ ਕਹਿੰਦੇ ਰਹੇ, ਔਰ ਆਪਣੀ ਸਰਕਾਰ ਦੇ ਖਿਲਾਫ ਹੀ ਇਹ ਸਵਾਲ ਚੁੱਕਦੇ ਰਹੇ ਕਿ ਅੱਜ ਵੀ ਉਸੇ ਤਰ੍ਹਾਂ ਖੜੇ ਰਹਿਣਗੇ ਕਿ ਉਹ ਜਿਹੜੀਆਂ ਉਹਨਾਂ ਨੇ ਇਲਜ਼ਾਮ ਲਾਏ ਨੇ ਆਪਣੀ ਸਰਕਾਰ ਦੇ, ਕਿ ਉਹ ਸਿੱਧੂ ਸਾਹਿਬ ਪ੍ਰਧਾਨ ਕਰਕੇ। ਕਾਕੀ ਜੀ, ਤੁਸੀਂ ਟਵੀਟ ਦੀਆਂ ਗੱਲਾਂ ਕਰਦੇ ਹੋ, ਜੋ ਸੁਖਬੀਰ ਬਾਦਲ ਦੇ ਖਿਲਾਫ, ਜੋ ਅਕਾਲੀਆਂ ਦੇ ਖਿਲਾਫ ਟਵੀਟ ਕੀਤੇ ਨੇ ਉਹਨਾਂ ਦੀ ਵੀ ਤਾਂ ਗੱਲ ਕਰੋ ਨਾਲ। ਮੈਂ ਇੱਕ ਗੱਲ ਕਰਨ ਲੱਗਾ ਜੀ, ਉਹੀ ਗੱਲ ਕਰਨ ਲੱਗਾ ਜੀ, ਮੇਰੀ ਗੱਲ ਤਾਂ ਸੁਣ ਲਓ ਕਿ ਇਹ ਜਿਹੜੇ ਟਵੀਟ ਕੀਤੇ ਅੱਜ ਵੀ ਉਹ ਕਾਇਮ ਰਹਿਣਗੇ। ਸਿੱਧੂ ਸਾਹਿਬ ਜਾ ਕੇ ਬਰਗਾੜੀ ਵਿਖੇ ਜਾ ਕੇ ਮੱਥਾ ਟੇਕ ਕੇ ਆਏ ਬੇਅਦਬੀ ਦੇ ਖਿਲਾਫ, ਕਹਿੰਦੇ ਬੇਅਦਬੀ ਦਾ ਜੇ ਮਾਰੂ ਤੇ ਮੈਂ ਸਜ਼ਾ ਦਊਂ, ਕਿ ਅੱਜ ਉੱਥੇ ਵੀ ਖੜੇ ਰਹਿਣਗੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਸਿੱਧੂ ਸਾਹਿਬ ਜਿਹੜੇ ਆ ਜੋ ਉਹਨਾਂ ਨੇ ਕਾਂਗਰਸ ਆਪਣੀ ਸਰਕਾਰ ਦੇ ਸਵਾਲ ਚੁੱਕੇ ਸੀ, ਕੀ ਉਹ ਅੱਜ ਉਸ ਕੋਲ ਤੇ ਕਾਇਮ ਆ ਜਾਂ ਨਹੀਂ ਕਾਇਮ? ਮੈਂ ਇਹ ਪੁੱਛਣਾ ਚਾਹੁੰਦਾ ਜੀ। ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਕਾਇਮ, ਇਹ ਗੱਲ ਤਾਂ ਮੈਂ ਸ਼ੁਰੂ 'ਚ ਹੀ ਕਿਹਾ ਕਿ ਵਕਤ ਦੱਸੂ, ਵਕਤ ਥੋੜਾ, ਔਰ ਜੇ ਇਸ ਤਰ੍ਹਾਂ ਆਪਸ 'ਚ ਲੜਦੇ ਰਹੇ ਤਾਂ ਨਾ ਤਾਂ ਪੰਜਾਬ ਦਾ ਕੋਈ ਸਬਰ ਹੈ, ਨਾ ਹੀ ਕਾਂਗਰਸ ਪਾਰਟੀ ਦਾ। ਇਹ ਵੀ ਇੱਕ ਸਵਾਲ ਹੈ। ਚੰਨੀ ਜੀ, ਐਸਾ ਚੰਨੀ, ਤੁਸੀਂ ਕੀ ਕਹੋਗੇ? ਵਾਲੀਆ ਜੀ,
ਤੁਸੀਂ ਦੇਖੋ ਕਿ ਜਿਹੜਾ ਮੈਂ ਕਹੂੰਗਾ ਕਿ ਹਾਈ ਕਮਾਂਡ ਨੇ ਤਾਂ ਬਿਲਕੁਲ ਹੀ ਪੱਠਾ ਬਿਠਾ ਦਿੱਤਾ ਹੈ ਪੰਜਾਬ ਦਾ, ਕਿਉਂਕਿ ਚਲੋ ਕਾਂਗਰਸ ਤਾਂ ਇੱਕ ਆਪਣੀ ਪਾਰਟੀ ਹੈ, ਇਹਨਾਂ ਦੀ ਇੰਟਰਨਲ ਸਾਰਾ ਕੁਝ ਹੈਗਾ ਹੈ। ਮਤਲਬ ਸਾਡੀ ਜਿਹੜੀ ਲੀਡਰਸ਼ਿਪ ਹੈ, ਜਿਹੜੇ ਐਡੇ ਸੀਨੀਅਰ ਲੀਡਰ ਖਾਸ ਕਰਕੇ ਸੁਨੀਲ ਜਾਖੜ ਜੀ ਵਰਗੇ ਕਲੀਨ ਔਰ ਏਬਲ ਔਰ ਗੁੱਡ ਓਰੇਟਰ ਜਿਹੜੇ ਸੀਗੇ, ਜਿਨ੍ਹਾਂ ਨੇ ਇੰਨਾ ਵਧੀਆ ਰੋਲ ਨਿਭਾਇਆ, ਇੰਨੀ ਲੰਬੀ ਸੇਵਾ ਕੀਤੀ, ਮਤਲਬ ਕਿ ਕਾਂਗਰਸ ਦੇ ਵਿੱਚ ਲੀਡਰਸ਼ਿਪ ਦਾ ਕਾਲ ਪੈ ਗਿਆ ਸੀ। ਔਰ ਉਹ ਕਾਲ ਇਹੋ ਜਿਹਾ ਪਿਆ ਕਿ ਇੱਕ ਟਰਨ ਕੋਟ ਬੰਦਾ ਜਿਹੜਾ ਪਹਿਲਾਂ ਬੀਜੇਪੀ ਦੇ ਵਿੱਚ ਸੀਗਾ ਔਰ ਉਹ ਪਹਿਲੀ ਵਾਰੀ ਐਮਐਲਏ ਬਣਿਆ, ਉਹਨੂੰ ਮਿਨਿਸਟਰ ਵੀ ਕੈਬਨਿਟ ਰੈਂਕ ਦਾ ਦੇ ਦਿੱਤਾ, ਉਹ ਫਿਰ ਵੀ ਪਰਫਾਰਮ ਨਹੀਂ ਕਰ ਪਾਇਆ। ਫਿਰ ਉਹਨੂੰ ਪਾਵਰ ਸੈਕਟਰ ਜਿਹੜਾ ਸੀਗਾ, ਬਿਜਲੀ ਦਾ ਮਹਿਕਮਾ ਦਿੱਤਾ, ਉਹਦੇ ਵਿੱਚ ਉਹਨੇ ਜੁਆਇਨ ਹੀ ਨਹੀਂ ਕੀਤਾ ਤੇ 150 ਦੇ ਕਰੀਬ ਟਵੀਟ ਕਰਕੇ ਉਹਨੇ ਜੋ ਜਲੂਸ ਸਰਕਾਰ ਦਾ ਆਪੋਜੀਸ਼ਨ ਪਾਰਟੀਆਂ ਨਹੀਂ ਕੱਢ ਸਕਦੀਆਂ ਸੀ, ਉਹਨੇ ਕੱਢਿਆ। ਉਹ ਚਾਹੇ ਉਹ ਬੇਅਦਬੀ ਦਾ ਮਾਮਲਾ ਹੈ, ਚਾਹੇ ਕਰਜ਼ਾ ਮਾਫੀ ਦਾ ਮਾਮਲਾ ਹੈ, ਚਾਹੇ ਘਰ ਨੌਕਰੀ ਦਾ ਮਾਮਲਾ ਹੈ, ਚਾਹੇ ਜਿੰਨੀ ਤਰ੍ਹਾਂ ਦੇ ਮਾਫੀਏ ਪਹਿਲਾਂ ਤਾਂ ਪਤਾ ਨਹੀਂ ਕਿੰਨੇ ਸੀਗੇ, ਹੁਣ ਤਾਂ ਇਹਨਾਂ ਨੇ ਪਤਾ ਨਹੀਂ ਕਿੰਨੇ ਹੋਰ ਬਣਾ ਦਿੱਤੇ ਨੇ, ਉਹ ਮਾਫੀਏ ਦਾ ਜ਼ਿਕਰ ਕੀਤਾ। ਤੇ ਇਹ ਹੁਣ ਤੁਸੀਂ ਦੇਖੋ, ਜਿਹੜੀ ਲੜਾਈ ਸੀਗੀ ਉਹ ਸਿਰਫ ਜਿਹੜਾ ਬਨਵਾਸ ਵੀ ਲਿਆ ਸੀ, ਉਹ ਪ੍ਰਧਾਨਗੀ ਦੀ ਲੜਾਈ ਸੀ। ਉਹ ਪ੍ਰਧਾਨਗੀ ਹੁਣ ਮਿਲ ਗਈ ਹੈ ਤੇ ਹੁਣ ਪ੍ਰਧਾਨਗੀ ਮਿਲਣ ਦੇ ਨਾਲ 4 ਹੋਰ ਨਵੇਂ ਪ੍ਰਧਾਨ ਲਗਾਉਣੇ ਪਏ ਨੇ। ਇਹ ਅਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਆ ਕਿ ਖੇਮੇ ਬਣ ਗਏ ਨੇ। ਖੇਮੇ ਜਿਹੜੇ ਹੁੰਦੇ ਨੇ ਉਹ ਬਹੁਤ ਮਾੜੇ ਹੁੰਦੇ ਨੇ ਕਿਸੇ ਵੀ ਪਾਰਟੀ ਵਾਸਤੇ, ਔਰ ਖਾਸ ਕਰਕੇ ਸੂਬੇ ਵਾਸਤੇ, ਕਿਉਂਕਿ ਹੁਣ ਕੀ ਹੋਏਗਾ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਵਰਕਿੰਗ ਸ਼ੈਲੀ ਹੈਗੀ ਹੈ, ਕਾਰਜਸ਼ੈਲੀ ਹੈਗੀ ਹੈ, ਇਹ ਜੋ ਗੱਲ, ਕਿਉਂਕਿ ਆਨਰੇਬਲ ਚੀਫ ਮਿਨਿਸਟਰ ਤੇ ਇਹਨਾਂ ਦੀ ਆਸਵੇ ਦਾ ਬਿਲਕੁਲ ਪੱਟ ਨਹੀਂ ਸਕਦੀ। ਉੱਪਰੋਂ ਸ਼ਾਇਦ ਜੇ ਕੋਈ ਗੱਲ ਹੋ ਵੀ ਜਾਵੇ ਤਾਂ ਢਿੱਡੋਂ ਜਿਹੜਾ ਖੋਰ ਹੈਗਾ ਉਹ ਦੋਨੋਂ ਹੀ ਮੁਕਾਉਣ ਵਾਲੇ ਨਹੀਂ ਹੈਗੇ। ਤੇ ਜੇ ਉਹ ਖੋਰ ਨਹੀਂ ਮੁੱਕਣਾ ਤੇ ਜੇ ਇਹ ਕਹਿਣਗੇ ਆਹ ਕੰਮ ਕਰੋ, ਕੰਮ ਨਹੀਂ ਹੋਣਗੇ, ਤੇ ਉਹਦੇ ਨਾਲ ਕੀ ਹੋਊਗਾ ਕਿ ਇਹ ਕਾਂਗਰਸ ਪ੍ਰਧਾਨ ਖੁਦ ਇਹ ਕਾਂਗਰਸ ਸਰਕਾਰ ਦੀ ਬਦਨਾਮੀ ਹੋਊਗੀ, ਕਰਨਗੇ, ਰੱਜ ਕੇ ਕਰਨਗੇ ਕਿ ਮੇਰੇ ਕਹੇ ਤੋਂ ਆ ਨਹੀਂ ਹੋਇਆ। ਔਰ ਇਹਨਾਂ ਨੂੰ ਇਹ ਜੇ ਕੁਝ ਕਰਨਾ ਚਾਹੀਦਾ ਹੀ ਸੀਗਾ ਤੇ ਫਿਰ ਜੇ ਚੀਫ ਮਿਨਿਸਟਰ 4.5 ਸਾਲ ਨਿਕੰਮੇ ਸਾਬਤ ਹੋਏ ਨੇ ਤੇ ਉਹਨਾਂ ਨੇ ਨਹੀਂ ਕੀਤਾ ਕੋਈ ਕੰਮ, ਤੇ 18 ਨੁਕਾਤੀ ਪ੍ਰੋਗਰਾਮ ਦੇਤਾ 6 ਮਹੀਨੇ ਚ ਪੂਰਾ ਕਰਨ ਵਾਸਤੇ, ਤੇ ਉਹ ਫਿਰ ਇਹਨਾਂ ਨੂੰ ਚੀਫ ਮਿਨਿਸਟਰ ਹੀ ਬਦਲਣਾ ਚਾਹੀਦਾ ਸੀ ਤਾਂ ਕਿ ਕੋਈ ਬੰਦਾ ਜ਼ਿੰਮੇਵਾਰੀ ਲੈ ਕੇ ਤੇ ਉਹ ਕੋਈ ਕੰਮ ਕਰੇ। ਹੁਣ ਚੀਫ ਮਿਨਿਸਟਰ ਤਾਂ ਆਪਦੇ ਹਿਸਾਬ ਨਾਲ ਚੱਲੇਗਾ, ਉਹਨੂੰ ਤੁਸੀਂ ਨਾ ਚੇਂਜ ਕਰ ਸਕਦੇ ਆ, ਨਾ ਉਹ ਚੇਂਜ ਕਰੇ ਹੁੰਦੇ ਨੇ, ਨਾ ਉਹਨਾਂ ਦੀ ਉਮਰ ਹੈ ਚੇਂਜ ਹੋਣ ਵਾਲੀ, ਉਹ ਤਾਂ ਵੈਸੇ ਵੀ ਨਹੀਂ ਚੇਂਜ ਹੁੰਦੇ। ਤੇ ਉਹ ਨਵਜੋਤ ਸਿੱਧੂ ਦੇ ਕਹਿੰਦੇ ਕੀ ਚੇਂਜ ਹੋਣਾ ਉਹਨਾਂ ਨੇ, ਠੀਕ ਹੈ ਮਾੜਾ ਮੋਟੀ ਇਹਨਾਂ ਨੂੰ ਮਿਲ ਸ਼ਾਇਦ ਲਹਿਰ, ਅਜੇ ਤਾਂ ਉਹ ਵੀ ਨਹੀਂ ਕਲੀਅਰ ਕਿ ਮਿਲਣਗੇ ਵੀ ਕਿ ਨਹੀਂ, ਕਿ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਪਬਲਿਕਲੀ ਅਪੋਲੋਜਾਈਜ਼ ਨਹੀਂ ਕਰਦਾ ਮੈਂ ਉਨੀ ਦੇਰ ਉਹਨੂੰ ਮਿਲਣਾ ਹੀ ਨਹੀਂ। ਚਲੋ ਮਿਲ ਵੀ ਲੈਣ, ਪਰ ਗੱਲ ਤੇ ਇਹ ਹੈਗੀ ਕਿ ਜਿੰਨੀ ਦੇਰ ਇੱਕ ਟੀਮ ਨਹੀਂ ਬਣਦੀ, ਟੀਮ ਸਪਿਰਿਟ ਨਹੀਂ ਆਉਂਦੀ। ਔਰ ਤੁਸੀਂ ਹੋਰ ਦੇਖੋਗੇ ਹੁਣ ਕਿ ਜਦੋਂ ਇਹ ਵੰਡ ਪੈ ਕੇ ਕੁਝ ਐਮਐਲਏ ਨਵਜੋਤ ਸਿੱਧੂ ਜੀ ਨਾਲ ਚਲੇ ਗਏ ਤੇ ਉਹ ਫਿਰ ਉਹਨਾਂ ਐਮਐਲਏ ਨੂੰ ਚੀਫ ਮਿਨਿਸਟਰ ਨੇ ਕੌਂਸਲ ਆਫ ਮਿਨਿਸਟਰ ਦਾ ਰੱਖਣਾ ਨਹੀਂ, ਉਹ ਫਿਰ ਨਵੀਂ ਸਫਬੰਦੀ ਬਣੂਗੀ। ਨਵੇਂ ਐਮਐਲਏ ਜਿਹੜੇ ਹੈਗੇ, ਜਿਵੇਂ ਤੁਸੀਂ ਕਹਿ ਰਹੇ ਹੁਣੇ ਮਦਨ ਲਾਲ ਜੀ ਦੀ ਜ਼ਿਕਰ ਕਰ ਰਹੇ ਸੀ ਕਿ ਪਹਿਲਾਂ ਉਹਨਾਂ ਨੂੰ ਮਿਲੇ ਹੁਣ ਉੱਥੇ ਮਿਲੇ, ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਇਹ ਜਿਹੜੇ ਬੰਦੇ ਜ਼ਿਆਦਾ ਉਧਰ ਜਾ ਰਹੇ ਨੇ ਉਹਨਾਂ ਦੀਆਂ ਸੀਟਾਂ ਖਾਲੀ ਹੋਣਗੀਆਂ, ਉਹ ਸੀਟਾਂ ਭਰਨਗੀਆਂ ਤੇ ਸ਼ਾਇਦ ਸਾਨੂੰ ਮੌਕਾ ਮਿਲੂਗਾ। ਹੁਣ ਕੀ ਹੋਊਗਾ ਕਿ ਇੰਨੀ ਗਧਾਲ ਚਾਲ ਪੈ ਜਾਣੀ ਹੈ, ਇੰਨੀ ਇਹ ਕੁਰਸੀ ਦੀ ਲੜਾਈ ਪੈ ਜਾਣੀ ਹੈ। ਇਹਨਾਂ ਸਾਰੇ ਜਿਹੜੇ ਕਾਂਗਰਸੀ ਨੇ, ਇਹਨਾਂ ਨੇ ਕਿਸੇ ਨੇ ਪਾਰਟੀ ਦੇ ਵਿੱਚ ਥਾਂ ਮੱਲਣ ਦੀ ਕੋਸ਼ਿਸ਼ ਕਰਨੀ ਹੈ, ਕਿਸੇ ਨੇ ਸਰਕਾਰ ਵਿੱਚ ਮੱਲਣ ਦੀ ਕੋਸ਼ਿਸ਼ ਕਰਨੀ ਹੈ, ਤੇ ਜਿਹੜੇ ਬੰਦੇ ਕਿਤੇ ਜੁੜੇ ਹੋਏ ਨੇ ਉਹਨਾਂ ਦਾ। ਚੰਨੀ ਸਾਹਿਬ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਥੋੜਾ ਜਿਹਾ ਜੇ ਆਪਾਂ ਇੱਕ ਪਰਤ ਹੋਰ ਦੇਖੀਏ, ਕਿਤੇ ਨਾ ਕਿਤੇ ਸਵੈਜ ਸਾਹਿਬ ਸ਼ਾਇਦ ਇਹਦੇ ਬਾਰੇ ਬੋਲਣ ਜਦੋਂ ਆਪਾਂ ਉਹਨਾਂ ਨਾਲ ਹੁਣ ਗੱਲ ਕਰਾਂਗੇ। ਕਿਤੇ ਨਾ ਕਿਤੇ ਲੜਾਈ ਜਿਹੜੀ ਹਾਈ ਕਮਾਂਡ ਦੀ ਆਪਦੀ ਵੀ ਹੈ। ਇਹ ਜਿਹੜਾ ਹੁਣ ਨਵੀਂ ਟੀਮ ਆਈ ਹੈ, ਇਹ ਰਾਹੁਲ ਗਾਂਧੀ ਦੀ ਟੀਮ ਹੈ। ਇਹਦੇ 'ਚ ਕੋਈ ਇਸ ਤਰ੍ਹਾਂ ਦਾ ਕ੍ਰਾਈਟੇਰੀਆ ਨਹੀਂ ਵੀ ਕਿਹਨੂੰ ਪ੍ਰਧਾਨ ਬਣਾਉਣਾ ਹੈ, ਕਿੰਨਾ ਸੀਨੀਅਰ ਹੈ, ਕੋਈ ਪਹਿਲੀ ਵਾਰ ਬਣਿਆ ਹੈ, ਇੱਕ ਵਾਰ ਐਮਐਲਏ ਬਣਿਆ ਜਾਂ ਨਹੀਂ ਵੀ ਬਣਿਆ ਤਾਂ ਵੀ ਪ੍ਰਧਾਨ ਹੈ। ਤੇ ਚਾਹੇ ਉਹ ਮਾਝਾ ਮਾਲਵਾ, ਉਹਦੇ ਨਾਲ ਹੁਣ ਕੁਲਜੀਤ ਨਾਗਰਾ ਫਤਿਹਗੜ੍ਹ ਸਾਹਿਬ ਤੋਂ ਹੈ, ਇਹ ਪਟਿਆਲਾ ਤੇ ਫਤਿਹਗੜ੍ਹ ਸਾਹਿਬ 'ਚ ਕਿੰਨਾ ਕੁ ਫਰਕ ਹੈ। ਇਸ ਤਰ੍ਹਾਂ ਦਾ ਕੁਝ ਨਹੀਂ। ਜੋ ਰਾਹੁਲ ਗਾਂਧੀ ਦੇ ਨੇੜੇ ਹੈ, ਜਿਹੜੇ ਨੌਜਵਾਨ ਟੀਮ ਹੈ, ਇਹ ਫਿਰ ਇਹਦਾ ਮਤਲਬ ਹੈ ਕਿ ਜੋ ਸੈਂਟਰ 'ਚ G23 ਦਾ ਝਗੜਾ ਸੀ, ਉਹ ਝਗੜਾ ਇਨਡਾਇਰੈਕਟਲੀ ਪੰਜਾਬ 'ਚ ਵੀ ਨਜ਼ਰ ਆਉਂਦਾ ਹੈ। ਇਹ ਆਪਾਂ ਇਸ ਨਜ਼ਰੀਏ ਤੋਂ ਵੀ
ਇਹਨਾਂ ਦੀ ਖਾਨਾ ਜੰਗੀ ਜਿਹੜੀ ਕਾਂਗਰਸ ਦੀ ਹੈ ਉਹ ਦੇਖ ਸਕਦੇ ਆ। ਪਰ ਪ੍ਰੋਬਲਮ ਸਾਡੀ ਸਿਰਫ ਇਹੀ ਹੈ ਕਿ ਪੰਜਾਬ ਤੇ ਇਹਦਾ ਅਸਰ ਪੈਂਦਾ ਹੈ। ਸਵੈ ਸਾਹਿਬ ਇੱਕ ਵਾਰ ਫਿਰ ਤੁਹਾਡੇ ਕੋਲ ਆਉਣੇ ਆ, ਕਿਵੇਂ ਲਾਉਂਗੇ? ਵਾਲੇ ਸਾਹਿਬ, ਜੋ ਵਿਰੋਧੀ ਪਾਰਟੀਆਂ ਗੱਲਾਂ ਕਰ ਰਹੀਆਂ ਨੇ, ਮੈਨੂੰ ਉਹਨਾਂ ਤੋਂ ਇਹ ਲੱਗਦਾ ਹੈ ਕਿ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਨਾਲ ਇਹਨਾਂ ਦੇ ਹੌਸਲੇ ਬਹੁਤ ਪਸਤ ਹੋ ਗਏ ਨੇ, ਤੇ ਉਹ ਫਿਰ ਤਾਈਓ ਇਦਾਂ ਦੀਆਂ ਗੱਲਾਂ ਕਰਦੇ ਨੇ ਵੀ ਦੇਖੋ ਇਹਨਾਂ ਦੀ ਬਣਨੀ ਨਹੀਂ, ਮੁੱਖ ਮੰਤਰੀ ਨਾਲ ਨਹੀਂ ਬਣਨੀ, ਟੀਮ ਨਾਲ ਨਹੀਂ ਬਣਨੀ, ਆਹ ਨਹੀਂ ਹੋਣਾ, ਉਹ ਨਹੀਂ ਹੋਣਾ। ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜਾ ਦੇਖੋ ਪਾਰਟੀ ਦਾ ਤੁਸੀਂ ਹੁਣੇ ਗੱਲ ਕੀਤੀ ਹੈਗੀ ਹੈ ਕਿ ਨਾਗਰਾ ਸਾਹਿਬ ਨੂੰ ਬਣਾਇਆ, ਹੋਰਾਂ ਨੂੰ ਬਣਾਇਆ, ਯੂਥ ਨੂੰ ਤਾਂ ਪਾਰਟੀ ਜਿਹੜੀ ਹੈਗੀ ਹੈ ਉਹ ਪ੍ਰੈਫਰ ਕਰਨਾ ਚਾਹੀਦਾ, ਮੈਂ ਤਾਂ ਕਹਾਂਗਾ, ਤੇ ਪਾਰਟੀ ਨੇ ਪ੍ਰੈਫਰ ਕੀਤਾ। ਤੁਸੀਂ ਖੇਮਿਆਂ ਦੀ ਗੱਲ ਨਾ ਕਰੋ, ਤੁਸੀਂ ਗੱਲ ਕਰੋ ਯੂਥ ਦੀ, ਨੌਜਵਾਨਾਂ ਦੀ, ਨਵੇਂ ਖੂਨ ਦੀ ਗੱਲ ਕਰੋ। ਦੇਖੋ ਲੋਕਾਂ 'ਚ ਕਿੰਨਾ ਉਤਸ਼ਾਹ ਇੱਕਦਮ ਆਇਆ, ਸਾਡੇ ਵਰਕਰ ਸਾਰੇ ਕਾਂਗਰਸ ਦੇ ਕਿੰਨੇ ਉਤਸ਼ਾਹ 'ਚ ਨੇ, ਤੇ ਪੰਜਾਬ ਦੇ ਲੋਕ ਬੜੀ ਉਤਸੁਕਤਾ ਨਾਲ ਵੇਟ ਕਰ ਰਹੇ ਸੀਗੇ ਕਿ ਕਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਪ੍ਰਧਾਨਗੀ ਦੇ ਜਿਹੜੇ ਹੈਗੇ ਆ ਉਹਦਾ ਸੌਂਪੇ, ਉਹਨਾਂ ਨੂੰ ਜ਼ਿੰਮੇਵਾਰੀ ਸੌਂਪੇ। ਕੱਲੀ ਕਾਂਗਰਸ ਪਾਰਟੀ ਨਹੀਂ, ਪੂਰੇ ਪੰਜਾਬ ਦੇ ਲੋਕ ਬੜੇ ਉਤਸੁਕ ਸੀਗੇ। ਤੇ ਅੱਜ ਬੜੇ ਪੰਜਾਬ ਦੇ ਲੋਕਾਂ ਨੂੰ ਇੱਕ ਬੜੀ ਉਮੀਦ ਜਿਹੜੀ ਹੈਗੀ ਹੈ ਕਿ ਸਿੱਧੂ ਸਾਹਿਬ ਤੋਂ ਕਿ ਉਹ ਪੰਜਾਬ ਵਾਸਤੇ ਬਹੁਤ ਕੰਮ ਕਰਨਗੇ, ਤੇ ਉਹਨਾਂ ਦਾ ਜਿਹੜਾ ਹੈਗਾ ਇੱਕ ਜਜ਼ਬਾ ਕੰਮ ਕਰਨ ਦਾ, ਇੱਕ ਸੱਚੇ ਸੁੱਚੇ ਨੇਕ ਤੇ ਜਿਹੜੇ ਓਨੈਸਟ ਲੀਡਰ ਨੇ ਉਹ, ਤੇ ਉਹਨਾਂ ਦਾ ਜਿਹੜਾ ਸਾਰਾ ਹੈਗਾ ਕਿ ਔਰਾ ਜਿਹੜਾ ਉਹਨਾਂ ਦਾ ਹੈਗਾ, ਤੇ ਉਹ ਸਾਰੀਆਂ ਗੱਲਾਂ ਇਹ ਸ਼ੋਅ ਕਰਦੀਆਂ ਨੇ ਕਿ ਪੰਜਾਬ ਦੇ ਲੋਕ ਖੁਸ਼ ਨੇ। ਅੱਜ ਕਾਂਗਰਸ ਪਾਰਟੀ ਦਾ ਵਰਕਰ ਖੁਸ਼ ਹੈਗਾ ਜੇ ਕਿ ਸਾਨੂੰ ਇੱਕ ਨਵਾਂ ਖੂਨ, ਯੂਥ, ਨੌਜਵਾਨ ਜਿਹੜਾ ਨੂੰ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਸਮਝਦਾ ਹੈ ਤੇ ਉਹਨਾਂ ਦਾ ਜਿਹੜਾ ਹੱਲ ਕਰਨ ਵਾਸਤੇ ਜਿਹੜੇ ਹੈਗੇ ਆ ਉਹ ਜੋਰ ਸ਼ੋਰ ਨਾਲ ਕੰਮ ਕਰਨਗੇ। ਸਾਰੇ ਪੂਰੀ ਟੀਮ ਜਿਹੜੀ ਹੈਗੀ ਹੈ ਬੜੀ ਵਧੀਆ ਢੰਗ ਨਾਲ ਕੰਮ ਕਰੇਗੀ। ਸਵੈ ਸਾਹਿਬ, ਜੇ ਤੁਹਾਡੀਆਂ ਗੱਲਾਂ ਤੋਂ ਤਾਂ ਇਉਂ ਲੱਗਦਾ ਹੈ ਜਿਵੇਂ ਸੁਨੀਲ ਜਾਖੜ ਸਾਹਿਬ ਨੂੰ ਪੰਜਾਬ ਦੀ ਸਮਝ ਨਹੀਂ ਸੀ ਤੇ ਪਹਿਲਾਂ ਇਨਐਫੀਸ਼ੀਐਂਟ ਕਾਂਗਰਸ ਦਾ ਪ੍ਰਧਾਨ ਸੀ। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੁਣ ਮਿਲਿਆ ਅਸਲੀ ਚਿਹਰਾ, ਤਾਂ ਅਸੀਂ ਇਹ ਚਰਚਾ ਜਾਰੀ ਰੱਖਣੀ ਹੈ। ਪਰ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਲੈਣੇ ਇੱਕ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਯਾਦ ਕਰਾਵਾਂ, ਰਾਤ ਨੂੰ ਵੀ ਤੁਸੀਂ ਇਹ ਪ੍ਰੋਗਰਾਮ, ਜਿਹੜੇ ਦਰਸ਼ਕ ਇਸ ਵੇਲੇ ਨਹੀਂ ਦੇਖ ਸਕਦੇ ਉਹ ਰਾਤ ਨੂੰ ਦੇਖ ਸਕਦੇ ਨੇ, 9:45 ਤੋਂ ਬਾਅਦ, 9:45, ਕਈ ਵਾਰੀ ਇਹ 9:50 ਵੀ ਹੋ ਜਾਂਦੇ ਨੇ, ਇਦੋਂ ਵੀ 2-3 ਮਿੰਟ ਵੱਧ ਜਾਂਦੇ ਨੇ, ਲੇਕਿਨ ਉਹ ਅਸੀਂ ਸਾਰਾ ਪ੍ਰੋਗਰਾਮ ਰਿਪੀਟ ਕਰਦੇ ਆ, ਉਦੋਂ ਤੁਸੀਂ ਦੇਖ ਸਕਦੇ ਹੋ। ਤੇ ਨਾਲ ਜਿਹੜਾ ਹੈ ਤੁਸੀਂ YouTube ਤੇ Facebook ਤੇ ਵੀ ਸਾਡੇ ਨਾਲ ਸ਼ਾਮਲ ਹੋ ਸਕਦੇ ਹੋ। ਲੈਣੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਐਡਵੋਕੇਟ ਬੁੱਗੀਪੁਰਾ ਜੀ, ਕਿਵੇਂ ਲੱਗਦਾ ਸਵੈ ਸਾਹਿਬ ਨੇ ਜੋ ਡਿਫੈਂਸ ਦਿੱਤਾ ਹੈ ਉਹਨੂੰ ਕਿਵੇਂ ਲਾਓਗੇ? ਤੁਹਾਨੂੰ ਤਾਂ ਵੈਸੇ ਥੋੜੀ ਜਿਹੀ ਨਮੋਸ਼ੀ ਤਾਂ ਇਹ ਵੀ ਹੋਈ ਹੋਏਗੀ ਕਿ ਜਿੰਨਾ ਐਫੀਸ਼ੀਐਂਟ ਨਵਜੋਤ ਸਿੰਘ ਸਿੱਧੂ ਨੂੰ ਦੱਸ ਰਹੇ ਨੇ ਸਵੈ ਸਾਹਿਬ, ਉਹਦਾ ਤੁਹਾਡੀ ਪਾਰਟੀ ਚ ਆਉਂਦਾ ਬਚ ਗਿਆ, ਤੁਹਾਨੂੰ ਵੀ ਨੁਕਸਾਨ ਹੋਇਆ। ਕਿਵੇਂ ਸਾਰੀ ਗੱਲ ਨੂੰ ਲੈਂਦੇ ਹੋ? ਵਾਲੀਆ ਸਾਹਿਬ, ਸਾਨੂੰ ਕੋਈ ਨੁਕਸਾਨ ਨਹੀਂ ਹੋਇਆ। ਸਾਡੀ ਜਿਹੜੀ ਪਾਰਟੀ ਹੈ ਉਹ ਆਮ ਆਦਮੀ ਦੀ ਪਾਰਟੀ ਹੈ। ਅੱਜ ਆਪਣਾ ਤੁਸੀਂ ਟਵੀਟ ਦੇਖੋ, ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕੀਤਾ, ਜਿਹਦੇ ਚੋਂ ਉਹਨਾਂ ਨੇ ਆਪਦੇ ਫਾਦਰ ਸਾਹਿਬ ਦੀ ਫੋਟੋ ਦਿਖਾਈ ਹੈ ਪੰਡਿਤ ਨਹਿਰੂ ਦੇ ਨਾਲ। ਉਹ ਇਹ ਤਾਂ ਆਪਣਾ MLA ਰਹੇ, ਉਹ MLC ਰਹੇ, ਉਹ ਐਡਵੋਕੇਟ ਜਨਰਲ ਰਹੇ। ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਅਸੀਂ ਤਾਂ ਆਮ ਆਦਮੀਆਂ ਦੇ ਵਿੱਚੋਂ ਹੀ ਸਾਡੇ ਜਿਹੜੇ ਲੀਡਰ ਬਣਨੇ ਆ, ਉਹਨਾਂ ਨੇ ਆਪਣਾ ਲੋਕਾਂ ਦੀ ਸੇਵਾ ਕਰਨੀ ਹੈ। ਸਾਨੂੰ ਕੋਈ ਫਰਕ ਨਹੀਂ ਹੈ। ਜਿਹੜਾ ਇਹਨਾਂ ਦਾ ਨਵਾਂ ਖੂਨ ਹੈ, ਇਹ ਜੋਸ਼ੇ ਜਵਾਨੀ ਹੈ, ਇਹਨਾਂ ਨੂੰ ਤਾਂ ਐ ਲੱਗਦਾ ਸਵੈ ਸਾਹਿਬ ਜਿਵੇਂ ਕਹਿੰਦੇ ਟੀਨੇਜ ਆ ਗਈ ਹੁੰਦੀ ਆ। ਇਹ 58 ਸਾਲ ਦੇ ਨੇ ਨਵਜੋਤ ਸਿੰਘ ਸਿੱਧੂ, ਕੋਈ ਆਪਣਾ ਇੰਨਾ ਯੰਗ ਖੂਨ ਵੀ ਹੈ ਨਹੀਂਗਾ। 58 ਸਾਲ ਦੇ ਵਿੱਚ ਤਾਂ ਆਪਣਾ ਜਿਹੜਾ PCS ਤਾਂ ਰਿਟਾਇਰ ਹੋ ਜਾਂਦਾ, ਪੰਜਾਬ ਸਰਕਾਰ ਤਾਂ ਰਿਟਾਇਰ ਕਰ ਦਿੰਦੀ ਆ। ਤੁਸੀਂ ਨਵਾਂ ਖੂਨ ਕਹੀ ਜਾਂਦੇ ਹੋ। ਅੱਛਾ, ਦੂਸਰੀ ਗੱਲ ਰਹਿ ਗਈ ਇਹ ਕਿ ਹਰਚਰਨ ਬਰਾੜ ਨੂੰ ਛੁੱਟੀ ਕੀਤੀ ਸੀ ਨਰਸਿਮਹਾ ਰਾਓ ਵੇਲੇ, ਤੇ ਕੁਝ ਮਹੀਨਿਆਂ ਵਾਸਤੇ ਬੀਬੀ ਭੱਠਲ ਲਿਆਂਦੀ ਸੀ। ਉਦੋਂ ਵੀ ਐ ਸੀ ਵੀ ਬਦਲ ਦੂਗੀ ਸਭ ਕੁਝ, ਬਸ ਇੱਕ ਉਹ CM ਹੀ ਕਹਾ ਸਕੇ, ਕੁਝ ਵੀ ਨਹੀਂ ਹੋਇਆ। ਤੇ ਜਾਂ ਉਹ CM ਭੱਠਲ ਨੇ ਇੱਕ ਬੜੀ ਕੰਟਰੀਬਿਊਸ਼ਨ ਉਹਨਾਂ ਦੀ ਰਹੀ ਹੈ ਕਾਂਗਰਸ ਨੂੰ, ਕਿ ਜਦੋਂ ਬਾਦਲ ਸਾਹਿਬ ਵੱਲੋਂ ਇਹਨਾਂ ਦੇ ਦਰਵਾਜ਼ੇ ਬੰਦ ਹੋਏ ਕੈਪਟਨ ਅਮਰਿੰਦਰ ਸਿੰਘ ਦੇ, ਤਾਂ ਉਹਨਾਂ ਨੇ ਇਹਨਾਂ ਨੂੰ ਕਾਂਗਰਸ 'ਚ ਲਿਆਂਦਾ, ਤੇ ਬਾਅਦ ਵਿੱਚ ਇਹਨਾਂ ਨੂੰ ਭਾਰੀ ਪੈ ਗਿਆ ਬੀਬੀ ਭੱਠਲ ਨੂੰ। ਸੋ ਕੁਝ ਨਹੀਂ ਹੋਣ ਵਾਲਾ, ਇਹਨਾਂ ਨੇ ਕੁਝ ਨਹੀਂ ਕਰਨਾ। ਜੇ ਰਿਜ਼ਾਈਨ ਚਾਹੀਦਾ ਸੀਗਾ, ਜੇ ਵਾਕਈ ਨਵਾਂ ਖੂਨ ਦੇਣਾ ਸੀਗਾ,
ਵਾਕਈ ਕੋਈ ਆਪਣਾ 6 ਮਹੀਨਿਆਂ ਦੇ ਵਿੱਚ ਜਿਹੜੇ ਇਹਨਾਂ ਤੋਂ ਮਸਲੇ ਹੋ ਹੀ ਨਹੀਂ ਸੀ ਸਕਦੇ, ਇਹਨਾਂ ਨੇ ਤਾਣੀ ਇੰਨੀ ਉਲਝਾ ਲਈ ਹੈ। ਜੇ ਸੁਲਝਾਉਣੀ ਸੀ ਤਾਂ ਸੀਐਮ ਬਦਲਣਾ ਬਣਦਾ ਸੀਗਾ, ਉਹ ਬਦਲ ਕੇ ਦਿਖਾਓ ਨਾ, ਫਿਰ ਉਹ ਤਾਂ ਅਸੈਂਬਲੀ 'ਚ ਸਾਲਵ ਕਰ ਦੇਣਗੇ। ਇਹਨਾਂ ਨੂੰ ਵੀ ਆਪਦਾ ਪਤਾ ਵੀ ਇਹਨਾਂ ਦੇ ਕਿਸੇ ਦੇ ਪੱਲੇ ਤਾਂ ਰਾਹੁਲ ਗਾਂਧੀ ਦਾ ਵੀ ਕੁਝ ਨਹੀਂ ਹੈਗਾ, ਇੰਨਾ ਨਾਰਾਜ਼ ਵੀ ਨਹੀਂ ਕਰ ਸਕਦੇ। ਉਹ ਜਾਂਦਾ ਜਾਂਦਾ ਇਹਨਾਂ ਨੂੰ ਸਾਰੀ ਪਾਰਟੀ ਨੂੰ ਲੈ ਜਾਊਗਾ। ਜੀ ਗੁੱਗੀਪੁਰਾ ਜੀ, ਗੱਲ ਪਤਾ ਕੀ ਹੈ, अब ਤੁਸੀਂ ਵੀ ਜਿਹੜੀਆਂ ਗੱਲਾਂ ਕਰ ਰਹੇ ਹੋ ਨਾ, ਕਦੇ ਕਦੇ ਮੈਨੂੰ ਲੱਗਦਾ ਵੀ ਤਰਕ ਦੇ ਵਿੱਚ ਸਾਡੇ ਇਹ ਗੱਲ ਤਾਂ ਹੋਣੀ ਚਾਹੀਦੀ ਹੈ ਨਾ ਕਿ ਆਪਾਂ ਬੰਦਿਆਂ ਨੂੰ ਵੋਟ ਪਾਉਣੇ ਆ ਕਿ ਆਪਾਂ ਕੰਮ ਨੂੰ ਵੋਟ ਪਾਉਣੇ ਆ। ਮੰਨ ਲਓ ਵੀ ਨਵਜੋਤ ਸਿੰਘ ਸਿੱਧੂ, ਮੰਨ ਲਓ ਇਦੋਂ ਵੀ ਐਫੀਸ਼ੀਐਂਟ ਬੰਦਾ, ਅਸੀਂ ਤਾਂ ਇਹ ਦੇਖਣਾ ਪੰਜਾਬ ਲਈ ਕਿਹਦੇ ਕੀ ਕੀਤਾ, ਉਹਦੇ ਬੋਝੇ 'ਚ ਕੀ ਹੈ। ਲੋਕ ਹੁਣ ਉਸ ਪਾਸੇ ਨੂੰ ਸੋਚਣ ਲੱਗੇ ਨੇ ਕਿਹੜੇ ਲੀਡਰ ਨੇ ਕੀ ਕੀਤਾ। ਜਿਹੜੇ 5 ਸਾਲ ਦੇ ਵਿੱਚ ਲੋਕ ਪੁੱਛਦੇ ਨੇ ਜੀ ਤੁਸੀਂ ਇਹ ਦੱਸੋ, ਕੰਮ ਗਿਣਾ ਦਿਓ ਸਾਨੂੰ ਕਿੰਨੇ ਕੀਤੇ ਨੇ। 17 ਲੱਖ ਨੌਕਰੀਆਂ ਨੇ, ਸਾਨੂੰ ਦੱਸ ਦਿਓ, ਲਿਸਟ ਦੇ ਦਿਓ ਕਿਹੜੀਆਂ ਨੌਕਰੀਆਂ ਨੇ। ਲੋਕ ਇਹ ਪੁੱਛਦੇ ਨੇ। ਜੇ ਅੱਜ ਤਲਵੰਡੀ ਸਾਬੋ ਇੱਕ ਬੰਦਾ ਓਵਰਡੋਜ਼ ਨਾਲ ਤੁਰ ਗਿਆ ਤੇ ਜੇ 4.5 ਸਾਲ ਪਹਿਲਾਂ 4 ਹਫ਼ਤਿਆਂ 'ਚ ਲੱਕ ਟੁੱਟ ਗਿਆ ਤੇ ਫਿਰ ਅੱਜ ਕਿਵੇਂ ਮਰ ਰਿਹਾ ਉਹ। ਹਰ ਰੋਜ਼ ਅਸੀਂ ਕਰੋੜਾਂ ਰੁਪਏ ਦੀ ਹੈਰੋਇਨ ਦੇਖਦੇ ਹਾਂ ਫੜੀ ਜਾਂਦੀ ਹੈ। ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਅਸੀਂ ਕਹਿੰਦੇ ਕੈਰੋਂ ਸਾਹਿਬ ਨੇ ਆਹ ਕੀਤਾ, ਲక్ష్మణ ਸਿੰਘ ਗਿੱਲ ਨੇ ਥੋੜੇ ਜਿਹੇ ਸਮੇਂ 'ਚ ਪੰਜਾਬੀ ਦੀ ਸੇਵਾ ਕੀਤੀ, ਔਰ ਇਸ ਵਾਰ ਇਹਨਾਂ ਨੇ ਕੀ ਕੀਤਾ। ਪਿਛਲੀ ਵਾਰ ਤਾਂ ਚਲੋ ਪਾਣੀ ਦੀ ਗੱਲ ਕਰ ਲਾਂਗੇ, ਤੇ ਇਸੇ ਤਰ੍ਹਾਂ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਕੀ ਕੀਤਾ। ਕਾਕੀ ਜੀ ਕੁਝ ਕਹਿਣਾ ਵੀ ਚਾਹੁੰਦੇ ਨੇ, ਉਹਨਾਂ ਦੇ ਕੋਲ ਵੈਸੇ ਵੀ ਜਾਣਾ ਸੀ। ਹਾਂਜੀ ਕਾਕੀ ਜੀ ਬੋਲੋ, ਕਾਕੀ ਜੀ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਦੇਖੋ ਜੀ, ਕਮਲਜੀਤ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਵੈ ਸਾਹਿਬ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਵੈ ਸਾਹਿਬ ਕਹਿ ਰਹੇ ਕਾਕੀ ਜੀ ਮਾਫ ਕਰਨਾ, ਤੁਹਾਡੀ ਆਵਾਜ਼ ਕਲੀਅਰ ਨਹੀਂ। ਹੈਗੀ ਤੁਸੀਂ ਤੁਸੀਂ ਆਪਣਾ ਠੀਕ ਕਰ ਲਓ ਆਵਾਜ਼। ਮੈਂ ਇਦਾਂ ਮੀਨ ਟਾਈਮ ਚੰਨੀ ਸਾਹਿਬ ਤੋਂ ਉਹਨਾਂ ਦੇ ਕਮੈਂਟ ਲੈਣਾ, ਮੈਂ ਦੁਬਾਰਾ ਆਉਣਾ। ਇਦਾਂ ਮੀਨ ਟਾਈਮ ਤੁਸੀਂ ਠੀਕ ਕਰ ਲਓ। ਹਾਂਜੀ ਚੰਨੀ ਸਾਹਿਬ। ਵਾਲੀਆ ਸਾਹਿਬ, ਬੜਾ ਗੋਲਮੋਲ ਜਿਹਾ ਜਵਾਬ ਸਵੈ ਸਾਹਿਬ ਨੇ ਦਿੱਤਾ ਹੈ। ਬੜੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਸਾਰੀ ਗੱਲ ਤੇ ਪਰਦਾ ਪਾਇਆ ਜਾਵੇ, ਪਰ ਮੈਂ ਇੱਕ ਗੱਲ ਇਹਨਾਂ ਨੂੰ ਬਹੁਤ ਸਤਿਕਾਰਯੋਗ ਨੇ, ਸੀਨੀਅਰ ਨੇ, ਐਡਵੋਕੇਟ ਨੇ, ਪੁੱਛਣੀ ਚਾਹੁੰਦਾ ਵੀ ਜਿਹੜੇ ਹੌਸਲੇ ਪਸਤ ਹੋਏ ਨੇ ਉਹ ਤਾਂ ਪੰਜਾਬ ਦੇ ਕਾਂਗਰਸ ਲੀਡਰਾਂ ਦੇ ਪਸਤ ਹੋਏ ਨੇ, ਜਿਨ੍ਹਾਂ ਦੀਆਂ ਫੈਮਲੀਆਂ ਨੇ ਵੀ ਆਪਣੀਆਂ ਜਾਨਾਂ ਗਵਾਈਆਂ, ਆਪਣੀ ਸੇਵਾ ਕੀਤੀ ਫਰੀडम ਸਟਰਗਲ ਤੋਂ ਲੈ ਕੇ ਹੁਣ ਤੱਕ, ਔਰ ਉਹ ਇੰਨੇ ਨਕੰਮੇ ਹੋ ਗਏ, ਚਾਹੇ ਉਹ ਪ੍ਰਤਾਪ ਬਾਜਵਾ ਜੀ ਸੀ, ਚਾਹੇ ਉਹ ਬਨੀਸ਼ ਤਿਵਾੜੀ ਜੀ ਸੀ, ਚਾਹੇ ਜਿਹਦੇ ਕਿੰਨਿਆਂ ਬੰਦਿਆਂ ਦੇ ਤੁਹਾਨੂੰ ਮੈਂ ਨਾਂ ਲੈਦਾ। ਮਤਲਬ ਜਿਹੜੇ ਬੰਦੇ ਐਸਟੈਬਲਿਸ਼ ਲੀਡਰ ਨੇ, ਲੋਕਾਂ 'ਚ ਜਾਣੇ ਪਛਾਣੇ ਜਾਂਦੇ ਨੇ। ਜਿਹੜਾ ਬੰਦਾ ਨਵਾਂ ਆਉਂਦਾ ਨਾ ਕਿਸੇ ਪਾਰਟੀ ਦੇ ਵਿੱਚ, ਉਹਨੂੰ ਬੜਾ ਟਾਈਮ ਲੱਗਦਾ ਹੈ, ਕਿਉਂਕਿ ਇੱਕ ਹੋਰ ਬੈਕਗਰਾਊਂਡ ਦੇ ਨਾਲ ਆਉਂਦਾ। ਉਹ ਬੈਕਗਰਾਊਂਡ ਦੇ ਨਾਲ ਕੀ ਹੁੰਦਾ ਹੈ ਕਿ ਉਹ ਤੁਸੀਂ ਜਿਹੜੀ ਨਵੀਂ ਟੀਮ ਦੇ ਵਿੱਚ ਬਹਿੰਦੇ ਆ, ਉੱਥੇ ਤੁਸੀਂ ਆਪਣੇ ਆਪ ਨੂੰ ਕੰਫਰਟੇਬਲ ਨਹੀਂ ਪਾ ਸਕਦੇ, ਕੰਫਰਟੇਬਲ ਤੁਸੀਂ ਨਹੀਂ ਹੋ ਸਕਦੇ, ਕਿਉਂਕਿ ਤੁਹਾਡਾ ਉਹ ਵੇਵ ਲੈਂਥ, ਤੁਹਾਡੀ ਜਿਹੜੀ ਇੱਕ ਦੂਜੇ ਦੀ ਖਿੱਚ ਹੈ, ਜਾਂ ਇੱਕ ਦੂਜੇ ਸਾਰਾ ਸਿਸਟਮ ਜਿਹੜਾ ਹੈਗਾ ਉਹ ਰਲਦਾ ਨਹੀਂ। ਇਸ ਕਰਕੇ ਉਹ ਤੁਸੀਂ ਮਨੋਂ ਵੀ ਨਹੀਂ ਰਲਦੇ, ਤਨੋਂ ਵੀ ਨਹੀਂ ਰਲਦੇ, ਤੇ ਸੋਚ ਵੀ ਨਹੀਂ ਰਲਦੀ। ਤੇ ਬਾਕੀ ਜਿਹੜਾ ਗੱਲ ਹੈਗੀ ਹੈ ਕਿ ਟਵੀਟ ਕਰਨੇ ਬੜੇ ਸੌਖੇ ਨੇ, ਕੰਮ ਕਰਨਾ ਬੜਾ ਔਖਾ ਹੈ। ਕੰਮ ਕਰਨ ਵਾਸਤੇ ਪੇਸ਼ੈਂਸ ਚਾਹੀਦੀ ਹੈ, ਕੰਮ ਕਰਨ ਵਾਸਤੇ ਪਲੈਨਿੰਗ ਚਾਹੀਦੀ ਹੈ, ਔਰ ਕੰਮ ਕਰਨ ਵਾਸਤੇ ਟਾਈਮ ਚਾਹੀਦਾ। ਜੇ 4.5 ਸਾਲਾਂ 'ਚ ਜਿਵੇਂ ਨਵਜੋਤ ਜੀ ਕਹਿ ਰਹੇ ਨੇ ਕਿ ਕੁਝ ਨਹੀਂ ਹੋਇਆ, ਜਿਹੜੀ ਪਾਵਰ ਟ੍ਰਾਂਸਫਰ ਹੈ ਉਹ ਵੀ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਨੂੰ ਹੁੰਦੀ ਹੈ, ਇਹ ਨਾ ਉਹਨਾਂ ਦਾ ਕੁਝ ਕਰਦੇ ਆ, ਨਾ ਉਹ ਇਹਨਾਂ ਦਾ ਕੁਝ ਕਰਦੇ ਆ। ਮਤਲਬ ਜਿਹੜੀਆਂ ਇਹੋ ਜਿਹੀਆਂ ਗੱਲਾਂ ਇਹਨਾਂ ਨੇ ਕਹੀਆਂ ਨੇ, ਉਹ 6 ਮਹੀਨਿਆਂ ਦੇ ਵਿੱਚ ਕੁਝ ਚੀਜ਼ ਨਹੀਂ ਹੋਣ ਵਾਲਾ। ਔਰ ਜਿਹੜੀ ਇਹਨਾਂ ਨੇ ਇੱਕ ਜਿਹੜੀ ਆਪਣੀ ਸੁਨੀਲ ਜਾਖੜ ਜੀ ਦੀ ਕੁਰਬਾਨੀ ਦਿੱਤੀ ਹੈਗੀ ਹੈ, ਉਹ ਵੀ ਇਹਨਾਂ ਨੂੰ ਮਹਿੰਗੀ ਪਊਗੀ। ਔਰ ਜਿਸ ਤਰ੍ਹਾਂ ਮੈਂ ਬਾਰ-ਬਾਰ ਫੇਰ ਕਹਿਣਾ ਚਾਹੁੰਦਾ ਕਿ ਚੀਫ ਮਿਨਿਸਟਰ ਹੀ ਤੁਰਾ ਹੁੰਦਾ ਹੈ, ਉਹਦੇ ਕੋਲੇ ਹੀ ਪਾਵਰ ਹੁੰਦੀ ਹੈ, ਉਹਦੇ ਕੋਲੋਂ ਹੀ ਹਰ ਪਾਵਰ ਜਾਂਦੀ ਹੈ। ਸਟੈਂਡਿੰਗ ਆਰਡਰ ਜਿਹੜਾ ਬਣਦਾ ਹੈਗਾ, ਉਹ ਚੀਫ ਮਿਨਿਸਟਰ ਚਾਹੇ ਤਾਂ ਇੱਕ ਹਰੇਕ ਟੋਟਲ 100% ਜਿਹੜੀਆਂ ਫਾਈਲਾਂ ਨੇ ਆਪਦੇ ਕੋਲ ਮੰਗਾ ਸਕਦਾ ਹੈ, ਔਰ ਕਿਸੇ ਵੀ ਮਹਿਕਮੇ ਦੀ ਮੰਗਾ ਸਕਦਾ ਹੈ। ਫਿਰ ਕੀ ਹੈਗਾ, ਕੋਈ ਕੰਮ ਦੀ ਵੰਡ ਕਰਦਾ, ਕਿਹਨੂੰ ਕੀ ਦੇਣਾ। ਔਰ ਚੀਫ ਮਿਨਿਸਟਰ ਦਾ ਮੁਕਾਬਲਾ ਨਹੀਂ ਹੋ ਸਕਦਾ, ਚੀਫ ਮਿਨਿਸਟਰ ਦੀ ਆਪਦੀ ਪੋਜੀਸ਼ਨ ਹੈ। ਪਰ ਜਿੰਨਾ ਕੁ ਉਹਨਾਂ ਨੂੰ ਇਹਨਾਂ ਨੇ ਹਰਟ ਕੀਤਾ, ਇਹਨਾਂ ਨੇ ਕਿਹਾ ਸੀ ਕਿ ਜੀ 4 ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਹੋਣਗੇ ਚੀਫ ਮਿਨਿਸਟਰ ਦੀ ਚੁਆਇਸ ਦੇ ਹੋਣਗੇ, ਉਹ ਤਾਂ ਹੋਇਆ ਨਹੀਂ। ਫਿਰ ਇਹਨਾਂ ਨੇ ਕਿਹਾ ਸੀ ਜਿਹੜੀ ਕੈਬਨਿਟ ਰਿਸ਼ਫਲ ਹੋਏਗੀ ਉਹ ਵੀ ਚੀਫ ਮਿਨਿਸਟਰ ਆਪਣੀ ਮਰਜ਼ੀ ਨਾਲ ਕਰੇਗਾ। ਜੇ ਚੀਫ ਮਿਨਿਸਟਰ ਨੂੰ ਇੰਨੀ ਅਸੀਂ ਘੁੱਟਣ ਦੇਣੀ ਹੈ, ਇੰਨਾ
ਪੁਆਇੰਟ ਹੋਰ ਵੀ ਜਿਹੜਾ ਜੈਨੂਨ ਉਠਾਇਆ ਹੈ ਕਿ ਜਾਣਿਆ ਪਛਾਣਿਆ ਚਿਹਰਾ। ਪਿਆਰੇ ਦਰਸ਼ਕੋ, ਕੱਲ ਜਦੋਂ ਪਵਨ ਗੋਇਲ ਦਾ ਨਾਮ ਆਇਆ, ਮੈਂ ਵਿਕੀਪੀਡੀਆ ਤੇ ਬੜਾ ਜ਼ੋਰ ਲਾਇਆ ਕਿ ਮੈਨੂੰ ਪਤਾ ਲੱਗ ਜੇ ਕੋਈ ਹੋਰ ਹੀ ਪਵਨ ਗੋਇਲ ਆਈ ਜਾਣ। ਮੈਂ ਕਾਂਗਰਸ ਲਿਖਿਆ, ਕਾਂਗਰਸ ਵਰਕਿੰਗ ਪ੍ਰੈਜ਼ੀਡੈਂਟ ਲਿਖਿਆ। ਜਦੋਂ ਇਸ ਤਰ੍ਹਾਂ ਦੇ ਬੰਦੇ ਆਉਣਗੇ ਤੇ ਫਿਰ ਤਾਂ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਕਿ ਸਾਡਾ ਬੰਦਾ ਹੀ ਹੈ, ਆਮ ਬੰਦਿਆਂ ਚੋਂ ਲੈ ਕੇ ਬਣਾਇਆ ਹੈ। ਮੈਂ ਇਹਦੇ ਨੈਗੇਟਿਵ ਪੋਜ਼ਿਟਿਵ ਨਹੀਂ ਦੇਖਦਾ। ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਕਿ ਜਿਹੜੇ ਜਾਣੇ ਪਛਾਣੇ ਚਿਹਰੇ ਸੀ ਉਹਨਾਂ ਤੋਂ ਪਾਸਾ ਵਟਿਆ ਗਿਆ ਕਿਉਂਕਿ ਰਾਹੁਲ ਗਾਂਧੀ ਦੇ ਨੇੜੇ ਵਾਲੇ ਬੰਦੇ ਚਾਹੀਦੇ ਸੀ। ਕਾਕੀ ਜੀ, ਜੇ ਤੁਹਾਡੀ ਆਵਾਜ਼ ਆ ਗਈ ਤਾਂ ਤੁਸੀਂ ਆਪਣੀ ਗੱਲ ਪੂਰੀ ਕਰੋ। ਹਾਂ, ਮੈਂ ਵਾਲੀਆ ਸਾਹਿਬ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਸਿੱਧੂ ਸਾਹਿਬ ਨੂੰ 4.5 ਸਾਲ ਹੋਇਆ ਕਾਂਗਰਸ ਚ ਆਏ ਨੂੰ। ਉਸ ਤੋਂ ਪਹਿਲਾਂ ਬੜੇ ਬੜੇ ਚਿਹਰੇ ਨੇ ਪੰਜਾਬ ਕਾਂਗਰਸ ਕੋਲੋਂ, ਕਿ ਉਹ ਚਿਹਰੇ ਵਧੀਆ ਨਹੀਂ ਸੀ, ਕਿ ਉਹਨਾਂ ਚਿਹਰਿਆਂ ਦਾ ਪੰਜਾਬ ਵਿੱਚ ਕੋਈ ਨਾਂ ਨਹੀਂ ਸੀ। ਸਵੈਜ ਸਾਹਿਬ ਕਹਿ ਰਹੇ ਨੇ ਕਿ ਇਹ ਸਿੱਧੂ ਸਾਹਿਬ ਆਏ ਨੇ ਤੇ ਰੂਹ ਫੂਕੀ ਗਈ। ਰੂਹ ਕਾਹਦੀ ਫੂਕੀ ਗਈ? ਤੁਸੀਂ ਪੁੱਛ ਰਹੇ ਕੀ ਕੀਤਾ ਸਿੱਧੂ ਸਾਹਿਬ ਨੇ। ਮੈਂ ਇਹ ਦੱਸਣਾ ਚਾਹੁੰਦਾ ਕਿ ਸਿੱਧੂ ਸਾਹਿਬ ਜੇ ਆਸ਼ਾਰਾਮ ਕੋਲ ਗਏ ਤੇ ਆਸ਼ਾਰਾਮ ਦੀ ਤਾਰੀਫ ਕੀਤੀ, ਜੇ ਉਹ ਰਾਮ ਰਹੀਮ ਕੋਲ ਗਏ ਰਾਮ ਰਹੀਮ ਦੀ ਤਾਰੀਫ ਕੀਤੀ, ਜਿਹੜੇ ਡੇਰੇ ਗਏ ਉੱਥੇ ਤਾਰੀਫਾਂ ਹੀ ਕਰਦੇ ਰਹੇ। ਜਾਂ ਉੱਥੇ ਜਿਹੜਾ ਸ਼ੋਅ ਚੱਲਦਾ ਰਿਹਾ ਲਾਫਿੰਗ ਸ਼ੋਅ, ਉਹਦੇ ਕਪਲ ਲਾਫਿੰਗ ਸ਼ੋਅ, ਉਹਦੇ ਵਿੱਚ ਜਾ ਕੇ ਹੱਸਦੇ ਰਹੇ, ਤਾੜੀਆਂ ਮਾਰ ਤਾੜੀ। ਫਿਰ ਸਿੱਧੂ ਸਾਹਿਬ ਨੇ ਪੰਜਾਬ ਲਈ ਕੁਝ ਕੀਤਾ ਤੇ ਇਹ ਦੱਸਦੇ ਸਾਨੂੰ ਕੀ ਕੀਤਾ। ਅੱਜ ਤੱਕ ਇਹਨਾਂ ਦੀ ਤੁਲਨਾ ਪ੍ਰਤਾਪ ਸਿੰਘ ਬਾਜਵੇ ਨੇ ਅੱਜ ਕੀਤੀ ਹੈ। ਜੋ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਪ੍ਰਧਾਨਗੀ ਨੂੰ ਇਹ ਗੱਲ ਕਹਿ ਰਿਹਾ ਕਿ ਇੱਕ ਟੈਕਸੀ ਜਿਹੜਾ ਇਹ ਬਦਲਦੀ ਰਹਿੰਦੀ ਹੈ, ਟੈਕਸੀ ਕਦੀ ਕੋਈ ਬਹਿ ਗਿਆ ਕਦੀ ਕੋਈ ਬਹਿ ਗਿਆ। ਅੱਜ ਪ੍ਰਤਾਪ ਸਿੰਘ ਬਾਜਵੇ ਦਾ ਇਹ ਬਿਆਨ ਆਇਆ। ਮੈਂ ਇਹ ਸਮਝ ਪੁੱਛਣਾ ਚਾਹੁੰਦਾ ਸਵੈਜ ਸਾਹਿਬ ਨੂੰ ਕਿ ਸਵੈਜ ਸਾਹਿਬ, ਤੁਸੀਂ ਆਪਣੇ ਕਾਂਗਰਸ ਤੇ ਵੇਖੋ, ਕਾਂਗਰਸ ਦੇ ਅਸੀਂ ਹਮਾਇਤੀ ਨਹੀਂ, ਪਰ ਅੱਜ ਤੁਸੀਂ ਉਹ ਲੀਡਰਾਂ ਨੂੰ ਰੋਲ ਕੇ ਰੱਖ ਦਿੱਤਾ। ਸਾਡੇ ਹਲਕੇ ਦਾ ਹੀ ਪ੍ਰਤਾਪ ਸਿੰਘ ਬਾਜਵਾ, ਉਹ ਕਿੰਨੇ ਚਿਰ ਦਾ ਇੱਥੇ ਲੱਗਾ ਹੋਇਆ ਸੀਗਾ ਕਿ ਉਹ ਚਿਹਰਾ ਨਹੀਂ ਸੀ। ਕਿੰਨੇ ਚਿਹਰੇ ਸੀ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਦੇ ਨਾਲ ਸਦਾ ਲਈ ਤੁਰੇ ਰਹੇ। ਸਿੱਧੂ ਸਾਹਿਬ ਅੱਜ ਤੋਂ 4.5 ਸਾਲ ਪਹਿਲਾਂ ਮੋਦੀ ਦੀ ਤਾਰੀਫ ਕਰਦੇ ਨਹੀਂ ਥੱਕਦੇ ਸੀ, ਮੋਦੀ ਨੂੰ ਆਪਣਾ ਪਾਪਾ ਕਹਿੰਦੇ ਸੀ, ਮੋਦੀ ਦੇ ਜਾ ਕੇ ਪੈਰਾਂ ਵਿੱਚ ਪੈਂਦੇ ਸੀ, ਮੋਦੀ ਦੇ ਜਾ ਕੇ ਖਿਲਾਫ ਪੈਂਦੇ ਸੀ। ਉਸ ਤੋਂ ਬਾਅਦ ਆ ਕੇ ਸੋਨੀਆ ਗਾਂਧੀ ਜੀ ਦੇ ਪੈਰੀ ਪੈ ਗਏ। ਕਿ ਇਹੀ ਹੈ ਪੰਜਾਬ ਲਈ ਇਹਨਾਂ ਨੇ ਕੰਮ ਕੀਤਾ? ਮੈਂ ਇਹ ਪੁੱਛਣਾ ਚਾਹੁੰਦਾ ਕਿ ਪੰਜਾਬ ਲਈ ਕਿਹੜੀ ਕੁਰਬਾਨੀ ਸਿੱਧੂ ਸਾਹਿਬ ਨੇ ਦਿੱਤੀ ਹੈ? ਹੋ ਗਿਆ, ਆਪਾਂ ਪੁੱਛਦੇ ਹਾਂ। ਹਾਂਜੀ ਸਵੈਜ ਸਾਹਿਬ, ਤੁਹਾਡਾ ਜਵਾਬ ਜੀ। ਸਵੈਜ ਸਾਹਿਬ, ਮੈਨੂੰ ਨਾ ਜੀ ਚੰਨੀ ਸਾਹਿਬ ਦੀ, ਕਾਕੀ ਸਾਹਿਬ ਦੀ ਅਤੇ ਗੁਰਪ੍ਰੀਤ ਸਿੰਘ ਦੀਆਂ ਗੱਲਾਂ ਸੁਣ ਕੇ ਹੀ ਲੱਗਦਾ ਹੈ ਕਿ ਇਹਨਾਂ ਨੂੰ ਸਾਡੇ ਪਾਰਟੀ ਦੇ ਲੀਡਰਾਂ ਨਾਲੋਂ ਜ਼ਿਆਦਾ ਦੁੱਖ ਇਹਨਾਂ ਨੂੰ ਹੋਇਆ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਦਾ। ਦੇਖੋ ਕਿੰਨਾ ਤਾਰੀਫ ਕਰ ਰਹੇ ਨੇ ਸਾਡੇ। ਇੱਕ ਪਾਸੇ ਮਤਲਬ ਮੈਂ ਧੰਨਵਾਦ ਵੀ ਕਰਦਾ ਇਹਨਾਂ ਦਾ ਕਿ ਸਾਡੇ ਬਾਕੀ ਲੀਡਰਾਂ ਦਾ, ਮਨੀਸ਼ ਤਿਵਾੜੀ ਜੀ ਦਾ, ਜਾਖੜ ਸਾਹਿਬ ਦਾ, ਸਾਡੇ ਤਾਸੀ ਬਾਜਵਾ ਦਾ, ਚੰਨੀ ਸਾਹਿਬ ਕਰ ਰਹੇ ਆ, ਮੈਂ ਨਹੀਂ ਕਰ ਰਿਹਾ। ਤਾਰੀਫ ਕਰ ਰਹੇ ਨੇ। ਮੈਂ ਤੁਹਾਡਾ ਧੰਨਵਾਦ ਵੀ ਕਰਦਾ, ਬਹੁਤ ਧੰਨਵਾਦ ਕਰ ਰਿਹਾ। ਤਾਰੀਫ ਨਹੀਂ ਕਰ ਰਿਹਾ, ਦੁੱਖ ਜ਼ਾਹਰ ਕਰ ਰਿਹਾ। ਮੈਂ ਹਮਦਰਦੀ ਕਰ ਰਿਹਾ ਕਾਂਗਰਸ ਦੇ ਇੰਨੇ ਪੁਰਾਣੇ ਲੀਡਰਾਂ ਦੇ ਨਾਲ, ਕਿਉਂਕਿ ਮੈਂ ਬਹੁਤ ਸਾਰੇ ਲੀਡਰਾਂ ਨਾਲ ਮੇਰੇ ਸੰਬੰਧ ਨੇ, ਮੈਂ ਜਾਣਦਾ। ਉਹਨਾਂ ਬੰਦਿਆਂ ਨੂੰ ਇਹਨਾਂ ਨੇ ਨਕਾਰ ਦਿੱਤਾ ਹੈ, ਨਕਾਰੇ ਗਏ ਨੇ ਉਹ ਬੰਦੇ। ਗੱਲ ਸੁਣ ਲਈਏ। ਹਾਂਜੀ ਸਵੈਜ, ਗੱਲ ਪੂਰੀ ਕਰੋ ਜੀ। ਸਾਡੇ ਲੀਡਰਾਂ ਦੀ ਤਾਰੀਫ ਕਰਨ ਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਵਾਕਈ ਵਧੀਆ ਲੀਡਰ ਨੇ, ਉਹ ਬਹੁਤ ਅੱਛੇ ਲੀਡਰ ਨੇ, ਬਹੁਤ ਕੰਮ ਕੀਤਾ ਕਾਂਗਰਸ ਪਾਰਟੀ ਦੇ ਵਿੱਚ ਵੀ। ਤੇ ਜਿਵੇਂ ਐਵੇਂ ਸਿੱਧੂ ਸਾਹਿਬ ਵੀ ਇੱਕ ਸਾਡੀ ਕਾਂਗਰਸ ਪਾਰਟੀ ਵਾਸਤੇ ਨਵੇਂ ਨਹੀਂ ਗਏ। ਤੁਸੀਂ ਸਰਦਾਰ ਭਗਵੰਤ ਸਿੰਘ ਨੂੰ ਜਾਣਦੇ ਹੋਵੋਗੇ, ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਗੇ ਪਟਿਆਲਾ ਦੇ, ਵਾਲੇ ਸਾਹਿਬ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਉਹ ਬਾਅਦ ਦੇ ਵਿਚਾਰ ਕੋਲ ਬਣੇ ਕਾਂਗਰਸ ਸਰਕਾਰ ਸਾਡੀ ਆਈ ਹੈਗੀ ਹੈ। ਤੇ ਸਾਡਾ ਇਹਨਾਂ ਦਾ ਪੁਰਾਣਾ ਸੰਬੰਧ ਹੈਗਾ ਕਾਂਗਰਸ ਪਾਰਟੀ ਨਾਲ। ਤੇ ਸਾਡੀ ਹਾਈ ਕਮਾਂਡ ਨੇ ਸਾਡੇ ਸਾਰੇ ਜਿਹੜੀ ਸਾਰੀਆਂ ਗੱਲਾਂ ਦੇਖ ਕੇ ਪ੍ਰਧਾਨ ਬਣਾ ਇਹਨਾਂ ਨੂੰ, ਤਾਂ ਤੁਹਾਡਾ ਢਿੱਡ ਕਿਉਂ ਦੁਖਦਾ ਹੈ? ਵਿਰੋਧੀ ਪਾਰਟੀਆਂ ਕਿਉਂ ਇੰਨੀਆਂ ਮਤਲਬ ਸਾਹ ਸੁੱਕੇ ਪਏ ਨੇ ਕਿ ਉਹ ਉਂਗਲੀਆਂ ਉਠਾਉਂਦੇ ਨੇ, ਕੋਸ਼ਿਸ਼ ਕਰ ਰਹੇ ਨੇ। ਦੇਖੋ ਬੀਜੇਪੀ ਕੀ ਕੋਸ਼ਿਸ਼ ਕਰ ਰਹੀ ਹੈ ਕਿ ਆਪਣੇ ਕੈਪਟਨ ਸਾਹਿਬ ਨੂੰ, ਉਹ ਇੰਨੇ ਅੱਛੇ ਨੇ, ਬਿਲਕੁਲ ਅੱਛੇ ਨੇ, ਉਹ ਵਧੀਆ ਨੇ, ਵਧੀਆ ਮੁੱਖ ਮੰਤਰੀ ਨੇ, ਕਿਉਂ ਕੀ ਉਹਨਾਂ ਦੇ ਨੁਕਸਾਨ ਕੀ ਨੁਕਸ ਹੈਗਾ? ਲੇਕਿਨ ਮੁੱਖ ਮੰਤਰੀ ਨੇ ਉਹ। ਇਹ ਤਾਂ ਪਾਰਟੀ ਨੇ ਦੇਖਣਾ ਕਿ ਕਿਹੜੀ ਹਾਈ ਕਮਾਂਡ ਨੇ ਦੇਖਣਾ ਕਿ ਕਿਹੜੇ ਬੰਦੇ ਨੂੰ ਸਾਡੇ ਵਿੱਚ ਕਿਹੜੀ ਜ਼ਿੰਮੇਵਾਰੀ ਦੇਣੀ ਹੈਗੀ ਹੈ। ਮਨੀਸ਼ ਤਿਵਾੜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਸਾਰਿਆਂ ਨੂੰ ਜ਼ਿੰਮੇਵਾਰੀ ਦਿੱਤੀਆਂ ਗਈਆਂ ਨੇ, ਤਾਂ ਸਾਰੇ ਖੁਸ਼ ਨੇ। ਤੇ ਇਹ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ, ਮੈਨੂੰ ਸਮਝ ਨਹੀਂ ਆਉਂਦੀ ਹੈਗੀ। ਜੀ ਸਵੈਜ ਸਾਹਿਬ ਠੀਕ ਹੈ, ਤੁਹਾਡਾ ਜਿਹੜਾ ਤੁਸੀਂ ਆਪਣੇ ਐਂਗਲ ਤੋਂ ਜਿਹੜਾ ਡਿਫੈਂਸ ਦਿੱਤਾ, ਇਹਦਾ ਤਾਂ ਮੈਂ ਵੀ ਸਮਝਦਾ ਚੰਨੀ ਸਾਹਿਬ ਜਾਂ ਬਾਕੀ ਮੇਰੇ ਜਿਹੜੇ ਮਿੱਤਰ
ਸਵਾਲ ਉਠਾ ਰਹੇ ਨੇ ਜਿਹਦੇ ਤੇ ਵੀ ਕੋਈ ਆ ਜਾਂਦਾ ਤੇ ਫਿਰ ਤੁਸੀਂ ਕਹਿੰਦੇ ਸੀ ਇਹ ਕਿਉਂ ਬਣੇ। ਇਹ ਤਾਂ ਖੈਰ ਪਾਰਟੀ ਨੇ ਕਰਨਾ ਹੈ, ਪਰ ਮੈਂ ਫਿਰ ਇਹ ਕਹਿਣਾ ਕਿ ਹੁਣ ਲੋਕਾਂ ਨੇ ਕੰਮ ਦੇਖਣੇ ਨੇ। ਨਵਜੋਤ ਸਿੰਘ ਸਿੱਧੂ ਜਾਂ ਇਹ ਲੜਾਈ, ਅੱਜ ਸਾਡਾ ਟੌਪਿਕ ਇਹ ਨਹੀਂ ਸੀ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਕੌਣ ਆਵੇ ਨਾ ਆਵੇ। ਸਾਡੀ ਗੱਲ ਤਾਂ ਪੰਜਾਬ ਨਾਲ ਹੈ, ਸਾਡੀ ਪ੍ਰਤੀਬੱਧਤਾ ਤਾਂ ਪੰਜਾਬ ਨਾਲ ਹੈ ਤੇ ਪੰਜਾਬ ਦੀ ਸਿਆਸਤ ਸਹੀ ਦਿਸ਼ਾ 'ਚ ਹੋਊਗੀ ਤਾਂ ਪੰਜਾਬ ਦਾ ਕੁਝ ਹੋਊਗਾ। ਅਸੀਂ ਪੁੱਛਾਂਗੇ ਹੁਣ ਕਿ ਪੰਜਾਬ ਦਾ ਪਾਣੀ ਜਿਹੜਾ ਖਤਮ ਹੋ ਰਿਹਾ ਹੈ, ਜਿਹੜਾ ਇਹ ਕਿਹਾ ਗਿਆ ਵੀ ਅਗਲੇ 25 ਸਾਲਾਂ 'ਚ ਬੂੰਦ ਬੂੰਦ ਨੂੰ ਅਸੀਂ ਤਰਸਾਂਗੇ, ਤਰਸਣੇ ਸ਼ੁਰੂ ਹੋ ਗਏ, ਉਹ ਕਿਸੇ ਦੇ ਏਜੰਡੇ ਤੇ ਗੱਲ ਹੈ? ਵਾਤਾਵਰਣ ਕਿਸੇ ਦੇ ਏਜੰਡੇ ਤੇ ਹੈ? ਰੁਜ਼ਗਾਰ ਜਿਹੜਾ ਸਾਡਾ ਨੌਜਵਾਨ ਜ਼ਮੀਨਾਂ ਵੇਚ ਕੇ, ਜਿਹਦਾ ਪਹਿਲਾਂ ਤਾਂ ਰੱਜਦੇ ਸਰਦੇ ਪੁਰਦੇ ਘਰਾਂ ਦੇ ਜਾਂਦੇ ਸੀ, ਕੈਨੇਡਾ ਜਾ ਕੇ ਵਸ ਰਹੇ ਨੇ, ਉਹਦੇ ਲਈ ਤੁਹਾਡੇ ਕੋਲ ਕੀ ਮਾਡਲ ਹੈ? ਸਵਾਲ ਤਾਂ ਅਸੀਂ ਇਹੋ ਜਿਹੇ ਕਰਾਂਗੇ ਤਾਂ ਉਹਦੇ ਲਈ ਅਸੀਂ ਗੱਲ ਕਰਨੀ ਚਾਹੁੰਦੇ ਆ। ਅਸੀਂ ਨਹੀਂ, ਸਾਨੂੰ ਨਹੀਂ ਕਿ ਜਿਹੜੇ ਮਰਜ਼ੀ ਪਾਰਟੀ ਲੈ ਕੇ ਆਵੇ, ਸਾਨੂੰ ਤਾਂ ਇਹ ਦੱਸੇ ਕਿ ਤੁਹਾਡੇ ਖਾਤੇ 'ਚ ਕਿਹੜੇ ਕਿਹੜੇ ਕੰਮ ਪਾਤੇ। ਜੇ ਤੁਸੀਂ ਜਿਹੜਾ ਮਾਫੀਆ ਰੋਕਤਾ, ਕਿਹੜਾ ਕਿਹੜਾ ਮਾਫੀਆ ਰੋਕਤਾ, ਜੇ ਮਾਫੀਆ ਰੋਕਿਆ ਤੇ ਅੱਗੇ ਨਾਲੋਂ ਕਿੰਨੇ ਪੰਜਾਬ ਦੇ ਖਜ਼ਾਨੇ 'ਚ ਪੈਸਾ ਗਿਆ। ਬਹੁਤ ਸਾਰੇ ਸਵਾਲ ਹੋਣਗੇ, ਬਸ ਮਹੀਨੇ ਰਹਿ ਗਏ 6 ਤੋਂ ਬਾਅਦ ਇਹ ਵੀ ਲੋਕਾਂ ਨੂੰ ਪਤਾ ਲੱਗੂ। ਐਨੀਵੇ ਅੱਜ ਤੁਸੀਂ ਆਏ ਤੇ ਚਰਚਾ ਕੀਤੀ। ਐਡਵੋਕੇਟ ਗੁਰਪ੍ਰੀਤ ਸਿੰਘ ਬੁੱਗੀਪੁਰਾ ਸਾਹਿਬ, SS ਚੰਨੀ साहब और कमलजीत सिंह काकी जी और एडवोकेट स्वैज साहब, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀ ਇਸ ਚਰਚਾ ਨੂੰ ਸੱਥਾਂ ਤੱਕ ਲੈ ਕੇ ਜਾਂਦੇ ਹੋ। ਬਹੁਤ ਸ਼ੁਕਰੀਆ ਤੁਹਾਡਾ। ਕੱਲ ਸਵੇਰੇ ਆਪਾਂ ਫੇਰ ਮਿਲਣਾ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ 'ਚ, ਤੇ ਕੱਲ ਨੂੰ ਸ਼ਾਮ ਨੂੰ 5:30 ਵਜੇ ਆਪਾਂ ਚਰਚਾ 'ਚ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ।